ਵਿਧਾਨ ਸਭਾ ਕੈਂਡੀਡੇਟ ਉਮੀਦਵਾਰ ਜਤਿੰਦਰ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਸੀਂ ਕੁਝ ਸਮਾਂ ਨਾਲ ਚਰਚਾ ਕਰਾਂਗੇ ਤੇ ਕਿਹੜੇ-ਕਿਹੜੇ ਦਾਅਵੇ ਆ ਜਿਹੜੇ ਗੁਰੂ ਹਰਸਾਏ ਦੇ ਵੋਟਰਾਂ ਨੂੰ ਤੁਸੀਂ ਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਉਹਨਾਂ ਦੇ ਰਾਜ ਦੇ ਵਿੱਚ, ਉਹਦਾ ਕੋਈ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ ਔਰ ਅੱਜ ਵੀ ਉੱਥੇ ਜਿਹੜੇ ਇਨਸਾਫ ਮੰਗਦੇ ਉਹ ਸ਼ਹੀਦਾਂ ਦੇ ਪੁੱਤਰ ਅੱਜ ਵੀ ਸੜਕਾਂ ਦੇ ਉੱਤੇ ਧਰਨਿਆਂ ਤੇ ਬੈਠੇ ਨੇ। ਅਕਾਲੀ ਦਲ ਅੰਮ੍ਰਿਤਸਰ ਜਿਹੜੀ ਹੈ ਉਹ ਅੱਜ ਵੀ ਅਕਾਲੀ ਸਿਧਾਂਤਾਂ ਦੇ ਉੱਤੇ ਕਾਇਮ ਹੈ। ਇੱਕ ਪਾਸੇ ਵੱਡੇ ਜਿਹੜੇ ਹੈਗੇ ਆ ਬੜੇ ਵੱਡੇ ਘਰਾਣੇ ਆ, ਇੱਕ ਪਾਸੇ ਤੁਸੀਂ ਆਮ ਜੇ ਕਰਦੇ ਹੋ, ਕਿੰਨਾ ਔਖਾ ਮੁਕਾਬਲਾ ਤੁਸੀਂ ਸਮਝਦੇ? ਤਾਂ ਅਸੀਂ ਉਹਨਾਂ ਦੇ ਲੋਕਾਂ ਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਰਹੇ। ਸਾਨੂੰ ਉਮੀਦ ਹੈ ਕਿ ਜਿਹਦੇ ਕੋਲ ਅਸੀਂ ਆਪਣੀ ਗੱਲ ਰੱਖਾਂਗੇ ਉਹ ਆਪਣੇ ਬੱਚਿਆਂ ਦਾ ਜ਼ਰੂਰ ਸੋਚੂਗਾ, ਕਿਉਂਕਿ ਅੱਜ ਸਭ ਤੋਂ ਪਹਿਲੀ ਪ੍ਰਾਇੋਰਟੀ ਹੈ ਕਿ ਅਸੀਂ ਆਪਣੇ ਬੱਚੇ ਕਿਵੇਂ ਬਚਾਉਣੇ। ਤਾਂ ਪਹਿਲਾ ਇਲੈਕਸ਼ਨ ਲੜੇ ਹੈਗੇ ਤੁਸੀਂ? ਹਾਂਜੀ, ਮੈਂ 2019 ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਇੱਥੋਂ ਹੀ ਫਿਰੋਜ਼ਪੁਰ ਤੋਂ ਹੀ ਲੜਿਆ ਸੀ। ਇੱਕ ਆਮ ਜਿਹਾ ਨੌਜਵਾਨ ਸਕੂਲ ਕਾਲਜ ਚੋਂ ਪੜ੍ਹਦਾ ਹੋਇਆ ਉਹ ਬਸ ਇੱਕ ਪਾਸੇ ਇਹਨਾਂ ਬੀਜੇਪੀ ਦੇ ਨਾਲ ਵੀ ਸਾਂਝਾਂ ਰਹੀਆਂ ਸੀ ਕਿਸੇ ਸਮੇਂ, ਲੇਕਿਨ ਉਦੋਂ ਇਹਨਾਂ ਚੀਜ਼ਾਂ ਤੋਂ ਬਹੁਤ ਅਣਜਾਣ ਸੀ। ਇੱਕ ਕਹਿ ਲਓ ਮੰਡੀਰ ਮੱਤ ਦੇ ਵਿੱਚ ਐਮਐਲਏ ਦੇ ਚੜ ਗਿਆ ਕੜਕੇ। ਤੁਹਾਨੂੰ ਕੀ ਜਾਪਦਾ ਇਹਨਾਂ ਚੋਣਾਂ ਦੇ ਵਿੱਚ ਇਸ ਬੇਅਦਬੀ ਵਾਲੇ ਮਸਲੇ ਦਾ ਜਿਹੜਾ ਹੈਗਾ ਉਹ ਪ੍ਰਭਾਵ ਰਹੇਗਾ? ਤਾਂ ਅਸੀਂ ਸਮਝਦੇ ਹਾਂ ਕਿ ਜੋ ਲੋਕ ਵਾਕਈ ਹੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ ਉਹ ਤਾਂ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ, ਚਾਹੇ ਕਾਂਗਰਸ ਹੋਵੇ ਤੇ ਚਾਹੇ ਬਾਦਲ ਦਲ ਹੋਵੇ, ਕਿਉਂਕਿ ਦੋਨਾਂ ਨੇ ਹੀ ਸਾਡਾ ਘਾਣ ਕੀਤਾ। ਸਰਕਾਰ ਹੋਣ ਦੇ ਬਾਵਜੂਦ ਵੀ ਕੰਮ ਨਹੀਂ ਹੋਏ। ਤੁਸੀਂ ਵੱਡੇ ਇਲਜ਼ਾਮ ਲਾਏ ਵੀ ਉਹਨਾਂ ਦੇ ਘਰਾਂ 'ਚ ਨਸ਼ਾ ਵੀ ਆ, ਉਹ ਵੇਚਦੇ ਵੀ ਆ, ਤਸਕਰ ਵੀ ਇਸ ਇਲਾਕੇ 'ਚ ਬੜੇ ਹੈਗੇ ਆ। ਔਰ ਇਹ ਤਸਕਰ ਉਹੀ ਨੇ ਜਿਹੜੇ ਇਹਨਾਂ ਵਿਧਾਇਕਾਂ ਦੇ ਆਸੇ-ਪਾਸੇ ਹੁੰਦੇ ਨੇ। ਬਾਕੀ ਮੁੱਦੇ ਤਾਂ ਛੱਡ ਦਿਓ, ਸਾਰਾ ਕੁਝ ਹੀ ਬਾਅਦ 'ਚ, ਗਲੀਆਂ ਨਾਲੀਆਂ ਪੱਕੀਆਂ ਹੁੰਦੀਆਂ ਰਹਿਣਗੀਆਂ, ਸਿਹਤ ਸਹੂਲਤਾਂ ਬਾਅਦ 'ਚ ਮਿਲਦੀਆਂ ਰਹਿਣਗੀਆਂ। ਜੇ ਸਾਡੇ ਬੱਚੇ ਹੀ ਨਾ ਰਹੇ ਤਾਂ ਅਸੀਂ ਇਹ ਸਭ ਕੁਝ ਕਰਨਾ ਕੀ ਆ? ਤਸਕਰ ਵਗੈਰਾ ਫੜੇ ਜਾਂਦੇ ਆ, ਕੁਝ ਨਸ਼ਾ ਵੇਚਣ ਵਾਲੇ, ਉਹ ਕਹਿੰਦੇ ਜੀ ਮੈਂ ਉਧਰੋਂ ਆਇਆ, ਤੁਹਾਡੇ ਜਲਾਲਾਬਾਦ ਦੇ ਔਰ ਗੁਰੂ ਹਰਸਾਏ ਦੇ ਪਿੰਡਾਂ ਦੇ ਨਾਮ ਲੈਂਦੇ, ਸ਼ਰਮ ਲੈਂਦੇ, ਔਰ ਉਦੋਂ ਪਤਾ ਕੀ ਵਜ੍ਹਾ ਕੀ ਹੈ? ਅੱਜ ਦਾ ਦੌਰ ਇੰਨਾ ਭਿਆਨਕ ਹੋ ਚੁੱਕਿਆ ਕਿ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਤੇ ਇੱਕ ਹਲਕੇ ਦੀ ਗੱਲ ਕਰ ਰਹੇ ਹੋ, ਤੁਸੀਂ ਪੰਜਾਬ ਦੇ ਕਿਸੇ ਪਿੰਡ ਚਲੇ ਜਾਓ, ਸਭ ਤੋਂ ਵੱਧ ਸ਼ਿਕਾਰ ਤੁਹਾਨੂੰ ਨਸ਼ੇ ਵਾਲੇ ਮਿਲਣਗੇ। ਅੱਜ ਹਰ ਮਾਪਿਓ ਦੀ ਇੱਕ ਹੀ ਆ, ਅੱਜ ਤਾਂ ਮਾਪਿਓ ਬੱਚੇ ਨੂੰ ਸਕੂਲ ਭੇਜਣ ਲੱਗਾ ਵੀ ਡਰਨ ਲੱਗ ਗਿਆ। 90 ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਜਿਹੜਾ ਹੈਗਾ ਫਤਵਾ ਉਹਨਾਂ ਦੇ ਹੱਕ 'ਚ ਨਹੀਂ ਦਿੱਤਾ। ਬੇਸ਼ੱਕ ਮਾਨ ਸਾਹਿਬ ਦੀ ਇੱਜ਼ਤ ਤਾਂ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਨੇ, ਪਰ ਜਦੋਂ ਵੋਟਾਂ ਆਉਂਦੀਆਂ ਉਦੋਂ ਵੋਟਾਂ ਦੂਜਿਆਂ ਨੂੰ ਪਾ ਦਿੰਦੇ। ਤਾਂ ਕਿ ਜਿਨ੍ਹਾਂ ਲੋਕਾਂ ਨੂੰ ਆਪਦੇ ਤੇ ਹੋਏ ਜ਼ੁਲਮ ਦਾ ਅਹਿਸਾਸ ਹੋਊਗਾ ਉਹ ਤਾਂ ਤੁਰਨਗੇ, ਲੇਕਿਨ ਜਿਨ੍ਹਾਂ ਨੇ ਧਾਰ ਲਿਆ ਕਿ ਸਾਡੇ ਨਾਲ ਜੋ ਮਰਜ਼ੀ ਹੁੰਦਾ ਜਾਵੇ, ਜੋ ਆਪਦੀਆਂ ਨਸਲਾਂ ਦੀ ਬਰਬਾਦੀ ਦਾ ਮੁੱਢ ਬੰਨਣਗੇ, ਉਹਨਾਂ ਦਾ ਅਸੀਂ ਕੁਝ ਨਹੀਂ ਕਹਿ ਸਕਦੇ। ਉਹ ਤਾਂ ਫਿਰ ਲੱਗੇ ਆਉਂਦੇ ਆਪਦੀ ਤੋਂ ਚੱਲੀ ਜਾਂਦੇ ਆਪਦੀ ਚਾਲਦੇ। ਗਲੀਆਂ ਤੇ ਝੰਡੇ ਪਛਾਣੇ ਜਾਂਦੇ ਸੀ ਵੀ ਆਹ ਮਹੱਲਾ ਜੀ ਫਲਾਣੀ ਪਾਰਟੀ ਦਾ, ਇੱਧਰ ਤਾਂ ਜੀ ਕਾਲੀਆਂ ਦੀ ਵੋਟ ਆ, ਵੇਖੋ ਝੰਡੇ ਲੱਗੇ। ਇਸ ਵਾਰ ਲੋਕਾਂ ਨੇ ਝੰਡੇ ਨਹੀਂ ਲਾਏ। ਕੀ ਲੱਗਦਾ ਵੀ ਲੋਕ ਵੀ ਚਲਾਕ ਹੋ ਗਏ ਜਿੱਦਾਂ ਸਿਆਸੀ ਲੋਕ ਚਲਾਕ ਹੁੰਦੇ? ਉਹਨਾਂ ਸਮਿਆਂ ਦੇ ਵਿੱਚ ਇਹ ਲੋਕਾਂ ਨੇ ਐਸੀ ਸੰਨ ਲਾਈ ਕਿ ਸਾਡੇ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਹੀ ਖਤਮ ਕਰ ਦਿੱਤੀ। ਪਿੰਡਾਂ ਦੇ ਵਿੱਚ ਸਾਡੀਆਂ ਉਹ ਸਾਂਝਾਂ ਹੀ ਖਤਮ ਕਰ ਦਿੱਤੀਆਂ, ਤੋੜ ਕੇ ਰੱਖ ਦਿੱਤਾ ਲੋਕਾਂ ਦੇ ਵਿੱਚ। ਅੱਜ ਗੈਂਗ ਬਣ ਗਈਆਂ, ਪਿੰਡਾਂ ਦੇ ਵਿੱਚ ਵੀ ਗਰੁੱਪ ਬਣੇ ਹੋਏ ਨੇ, ਹਨਾ। ਇਹ ਮਾਲਵੇ ਦੇ ਵਿੱਚ ਹੀ ਡੇਰਾ ਵੋਟ ਬੈਂਕ ਬੜਾ ਤਗੜਾ, ਔਰ ਖਾਸ ਕਰਕੇ ਜਿਹੜਾ ਆ ਫਾਜ਼ਿਲਕਾ ਏਰੀਆ, ਫਿਰੋਜ਼ਪੁਰ ਏਰੀਆ, ਕਹਿੰਦੇ ਵੀ ਡੇਰਿਆਂ ਦਾ ਬੜਾ ਪ੍ਰਭਾਵ ਆ। ਤੁਹਾਡੇ ਇਲਾਕੇ 'ਚ ਕਿਸ ਤਰ੍ਹਾਂ ਇਸ ਵਾਰ ਕਿੱਦਾਂ ਦੀ ਹਵਾ ਹੈਗੀ ਆ? ਬਿਲਕੁਲ, ਡੇਰਾ ਵੋਟ ਇੱਥੇ ਹੈ, ਇਸ ਏਰੀਆ ਦੇ ਵਿੱਚ ਕਾਫੀ ਹੈ। ਅੱਜ ਤਾਂ ਇਖਲਾਕ ਤੋਂ ਇੰਨੇ ਲੀਡਰ ਥੱਲੇ ਡਿੱਗ ਗਏ ਕਿ ਥੋੜਾ ਜਿਹਾ ਇਕੱਠ ਦੇਖਿਆ, ਉਹਨਾਂ ਨੇ ਇਹ ਨਹੀਂ ਦੇਖਣਾ ਕਿ ਉਹਦਾ ਜੁਰਮ ਕੀ ਆ, ਉਹ ਇਨਸਾਨ ਕੀ ਆ, ਉਹਨੇ ਗੁਨਾਹ ਕੀ ਕੀਤਾ, ਜਾ ਕੇ ਉਹਦੇ ਚਰਨਾਂ 'ਚ ਬੈਠ ਜਾਂਦੇ ਆ। ਔਰ ਸ਼ਰਮ ਦੀ ਗੱਲ ਹੈ ਕਿ ਵੱਡੇ ਵੱਡੇ ਅਕਾਲੀ ਕਹਾਉਂਦੇ, ਪੰਥਕ ਲੋਕ ਆਉਂਦੇ, ਸਿੱਖ ਹੋ ਕੇ ਬੈਠੇ ਆ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵਕਤ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਆਪਣਾ ਭਵਿੱਖ ਦਾਅ ਦੇ ਉੱਤੇ ਲਾ ਕੇ ਚੋਣ ਮੈਦਾਨ 'ਚ ਨਿਤਰੀਆਂ ਹੋਈਆਂ ਨੇ। 2022 ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕਿ ਇਲੈਕਸ਼ਨ ਕੰਪੇਨਿੰਗ ਜਿਹੜੀ ਹੈਗੀ ਆ ਜਾਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਬਾਕੀ ਰਾਜਾਂ ਤੋਂ ਵੱਖਰਾ ਹੈ। ਉਹ ਕਿਉਂ? ਕਿਉਂਕਿ ਪੰਜਾਬ ਜਿਹੜਾ ਹੈ ਸਿੱਖ ਸੂਬਾ, ਸਿੱਖਾਂ ਦੀ ਬਹੁਤ ਗਿਣਤੀ ਹੈ। ਤਾਂ ਅਸੀਂ ਅੱਜ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜੁੜ ਬੈਠੇ ਹਾਂ ਜਿਹੜੀ ਇੱਕ ਪੰਥਕ ਜਿਹੜਾ ਪਾਰਟੀ ਦੇ ਵਿੱਚੋਂ ਇਲੈਕਸ਼ਨ ਉਹ ਲੜ ਰਹੀ ਹੈ। ਹਲਕਾ ਗੁਰੂ ਹਰਸਹਾਏ ਤੋਂ ਵਿਧਾਨ ਸਭਾ ਕੈਂਡੀਡੇਟ ਉਮੀਦਵਾਰ ਜਤਿੰਦਰ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਸੀਂ ਕੁਝ ਸਮਾਂ ਨਾਲ ਚਰਚਾ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਥਿੰਦ ਸਾਹਿਬ, ਜਿੱਦਾਂ ਮੈਂ ਸਟਾਰਟਿੰਗ 'ਚ ਕਿਹਾ ਕਿ ਪੰਜਾਬ ਜਿਹੜਾ ਹੈ ਸਿੱਖ ਸੂਬਾ ਹੈ ਔਰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਕਿ ਅਕਾਲੀ ਦਲ ਬਾਦਲ ਵੀ ਪੰਥਕ ਪਾਰਟੀ ਅਖਵਾਉਂਦੀ ਹੈ ਔਰ ਪਿਛੋਕੜ ਉਹਨਾਂ ਦਾ ਵੀ ਪੰਥਕ ਹੀ ਰਿਹਾ। ਤਾਂ ਹੁਣ ਦੇ ਸਮੇਂ ਮੁਤਾਬਕ ਤੁਹਾਡੀ ਜਿਹੜੀ ਹੈਗੀ ਹੈ ਉਹ ਪੰਥਕ ਜਿਹੜੀ ਹੈ ਉਹ ਵੋਟ ਨੂੰ ਆਪਦੇ ਹੱਕ ਦੇ ਵਿੱਚ ਭੁਗਤਾਉਣ ਦੇ ਵਾਸਤੇ ਕਿਹੜੇ-ਕਿਹੜੇ ਦਾਅਵੇ ਆ ਜਿਹੜੇ ਗੁਰੂ ਹਰਸਾਏ ਦੇ ਵੋਟਰਾਂ ਨੂੰ ਤੁਸੀਂ ਦੇ ਰਹੇ ਹੋ? ਬਿਲਕੁਲ ਜਸਵੀਰ ਸਿੰਘ ਜੀ, ਦੋਨੋਂ ਹੀ ਪਾਰਟੀਆਂ ਅਕਾਲੀ ਦਲ ਦੇ ਨਾਮ ਦੇ ਹੇਠ ਜੋ ਚੋਣ ਮੈਦਾਨ ਦੇ ਵਿੱਚ ਉਤਰਦੀਆਂ ਔਰ ਪੰਥਕ ਸਫ਼ਰਾਂ ਵਿੱਚ ਵੀ ਵਿਚਰਦੀਆਂ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਹੈ ਉਹ ਅੱਜ ਵੀ ਅਕਾਲੀ ਸਿਧਾਂਤਾਂ ਦੇ ਉੱਤੇ ਕਾਇਮ ਹੈ। ਇੱਕੋ ਇੱਕ ਪਾਰਟੀ ਹੈ ਜੋ ਅਕਾਲੀ ਸਿਧਾਂਤਾਂ ਦੇ ਉੱਤੇ ਚੱਲਦੀ ਹੈ।
ਜਿਹੜੀ ਅਕਾਲੀ ਦਲ ਬਾਦਲ ਹੈ, ਅਕਾਲੀ ਸਿਧਾਂਤਾਂ ਤੋਂ ਮੁਨਕਰ ਹੋ ਚੁੱਕੀ ਪਾਰਟੀ ਹੈ। ਅੱਜ ਦੇਖ ਸਕਦੇ ਹੋ ਕਿ ਹਰ ਇੱਕ ਜਣਾ ਇੱਥੇ ਜਾਣਦਾ ਹੈ ਕਿ ਕਿਸ ਤਰ੍ਹਾਂ ਅਕਾਲੀ ਦਲ ਜਿਹੜਾ ਹੈ ਉਹ ਸਿਧਾਂਤਾਂ ਤੋਂ ਮੁਨਕਰ ਹੋ ਕੇ ਸ਼ਰੇਆਮ ਆਪਣੇ ਚੋਣਾਂ ਦੇ ਵਿੱਚ ਸ਼ਰਾਬਾਂ, ਨਸ਼ੇ ਦੀ ਵਰਤੋਂ ਵੀ ਕਰਦਾ ਹੈ। ਔਰ ਸਿਧਾਂਤਾਂ ਤੋਂ ਪਾਸੇ ਜਾ ਕੇ ਆਪਣੇ ਆਪ ਤੋਂ ਉਹਨਾਂ ਨੇ ਆਪਣੇ ਰਾਜ ਦੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਉਹਨਾਂ ਦੇ ਰਾਜ ਦੇ ਵਿੱਚ, ਉਹਦਾ ਕੋਈ ਇਨਸਾਫ ਸਿੱਖਾਂ ਨੂੰ ਨਹੀਂ ਮਿਲਿਆ। ਔਰ ਜਿਹੜੇ ਦੋਸ਼ੀ ਸੀ ਉਹ ਸ਼ਰੇਆਮ ਬਚਾਏ ਗਏ, ਅਸੀਂ ਦੇਖਿਆ। ਔਰ ਕਿਸ ਤਰ੍ਹਾਂ ਉੱਥੇ ਇਨਸਾਫ ਮੰਗਦੀਆਂ ਸੰਗਤਾਂ ਸੀ ਜਿਹੜੀਆਂ, ਉਹਨਾਂ ਦੇ ਉੱਤੇ ਜਿਹੜੀ ਹੈ ਉਹਨਾਂ ਨੇ ਉੱਥੇ ਗੋਲੀ ਚਲਾਈ, ਉਹਨਾਂ ਨੂੰ ਸ਼ਹੀਦ ਕੀਤਾ। ਔਰ ਅੱਜ ਵੀ ਉੱਥੇ ਜਿਹੜੇ ਇਨਸਾਫ ਮੰਗਦੇ ਉਹ ਸ਼ਹੀਦਾਂ ਦੇ ਪੁੱਤਰ ਅੱਜ ਵੀ ਸੜਕਾਂ ਦੇ ਉੱਤੇ ਧਰਨਿਆਂ ਤੇ ਬੈਠੇ ਨੇ। ਲੇਕਿਨ ਜੇ ਪੰਥ ਦੀ ਵਾਕਈ ਪੰਥ ਦੀ ਜਮਾਤ ਹੁੰਦੀ ਤਾਂ ਕਦੇ ਵੀ ਸਾਡੇ ਸਿੱਖਾਂ ਦਾ ਇਹ ਹਸ਼ਰ ਨਹੀਂ ਹੁੰਦਾ ਸੀ ਜੋ ਅਕਾਲੀ ਦਲ ਨੇ ਆਪਣੇ ਰਾਜ ਦੇ ਵਿੱਚ ਕੀਤਾ। ਅਕਾਲੀ ਦਲ ਤੇ ਸਵਾਲ ਹੈਗਾ ਹੈ, ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਔਰ ਉਹ ਮੰਨਦੇ ਆ, ਉਹ ਕਹਿੰਦੇ ਵੀ ਸਾਡੀ ਬਦਕਿਸਮਤੀ ਰਹੀ, ਸਾਡੇ ਰਾਜ 'ਚ ਬੇਅਦਬੀ ਹੋਈ। ਔਰ ਉਹ ਇਹ ਵੀ ਕਹਿੰਦੇ ਵੀ ਜੇ ਅਸੀਂ ਬੇਅਦਬੀ ਕਰਾਈ ਹੋਵੇ ਸਾਡਾ ਕੱਖ ਨਾ ਰਵੇ, ਜਿਹੜਾ ਇੰਤੇ ਸਿਆਸਤ ਕਰੇ ਉਹਨਾਂ ਤਾਂ ਕੱਖ ਨਾ ਰਵੇ। ਤਾਂ ਤੁਹਾਡਾ ਜਿਹੜਾ ਗੁਰੂ ਹਰਸਹਾਏ ਹਲਕਾ ਹੈ, ਇੱਥੇ ਇੱਕ ਪਾਸੇ ਨੋਨੀ ਮਾਨ ਅਕਾਲੀ ਦਲ ਤੋਂ ਕੈਂਡੀਡੇਟ ਅਨਾਉਂਸ ਕੀਤੇ ਜਾ ਚੁੱਕੇ, ਤੁਹਾਨੂੰ ਕੀ ਜਾਪਦਾ ਇਹਨਾਂ ਚੋਣਾਂ ਦੇ ਵਿੱਚ ਇਸ ਬੇਅਦਬੀ ਵਾਲੇ ਮਸਲੇ ਦਾ ਜਿਹੜਾ ਹੈਗਾ ਉਹ ਪ੍ਰਭਾਵ ਰਹੇਗਾ ਇਸ ਤੁਹਾਡੇ ਹਲਕੇ ਦੇ ਵਿੱਚ, ਸਿੱਖ ਵੋਟਰਾਂ ਦੇ ਵਿੱਚ, ਜਾਂ ਜਿੱਦਾਂ ਰਾਏ ਸਿੱਖ ਬਰਾਦਰੀ ਦੀ ਬਹੁਤ ਜ਼ਿਆਦਾ ਵੋਟ ਹੈਗੀ? ਹਾਂ ਬਿਲਕੁਲ, ਦੇਖੋ ਜਿਹੜੇ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ, ਚਾਹੇ ਉਹ ਕਿਸੇ ਵੀ ਬਰਾਦਰੀ ਦੇ ਹੋਵੇ, ਹਰ ਇੱਕ ਨੂੰ ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਉਹ ਬਰਾਬਰਤਾ ਦੀ, ਔਰ ਸਿਧਾਂਤ ਇਹੋ ਹੈ ਕਿ ਹਰ ਇੱਕ ਨੂੰ ਬਰਾਬਰਤਾ ਦਿੱਤੀ ਜਾਂਦੀ ਹੈ, ਚਾਹੇ ਕੋਈ ਵੀ ਬਰਾਦਰੀ, ਕੋਈ ਧਰਮ ਜਾਤ ਹੋਵੇ। ਤਾਂ ਅਸੀਂ ਸਮਝਦੇ ਹਾਂ ਕਿ ਜੋ ਲੋਕ ਵਾਕਈ ਹੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ ਉਹ ਤਾਂ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ, ਚਾਹੇ ਕਾਂਗਰਸ ਹੋਵੇ ਤੇ ਚਾਹੇ ਬਾਦਲ ਦਲ ਹੋਵੇ, ਕਿਉਂਕਿ ਦੋਨਾਂ ਨੇ ਹੀ ਸਾਡਾ ਘਾਣ ਕੀਤਾ। ਦੋਨਾਂ ਨੇ ਆਪਦੇ ਰਾਜ ਦੇ ਵਿੱਚ ਜਦੋਂ ਵੀ ਇਹਨਾਂ ਨੂੰ ਸਮਾਂ ਮਿਲਿਆ, ਇੱਕ ਨੇ ਸਾਡੇ ਤਖਤ ਢਾਹ ਦਿੱਤੇ, ਗੁਰੂ ਗ੍ਰੰਥ ਸਾਹਿਬ ਛਲਣੀ ਕਰਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਰਬਾਰ ਸਾਹਿਬ ਪਿਆ ਹੈ, ਗੋਲੀਆਂ ਵਿਚੜੀਆਂ ਹੋਈਆਂ। ਇੱਕ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੜਕਾਂ ਦੇ ਵਿੱਚ ਰੁਲ ਗਿਆ। ਔਰ ਦੋਨਾਂ ਨੂੰ ਸਮਾਂ ਵੀ ਦਿੱਤਾ, ਇਹਨਾਂ ਲੋਕਾਂ ਨੂੰ ਚੁਣ ਕੇ, ਇਹਨਾਂ ਨੂੰ ਹੁਕਮਰਾਨਾਂ ਨੂੰ ਸਮਾਂ ਵੀ ਦਿੱਤਾ ਕਿ ਤੁਸੀਂ ਦੋਸ਼ੀਆਂ ਨੂੰ ਫੜ ਕੇ ਅੰਦਰ ਡੱਕ ਦਿਓ। ਔਰ ਦੋਵੇਂ ਹੀ ਸੌਵਾਂ ਵੀ ਚੁੱਕਦੇ ਰਹੇ, ਪਰ ਦੋਵੇਂ ਹੀ ਨਾਕਾਮ ਰਹੇ। ਤਾਂ ਮੈਂ ਸਮਝਦਾ ਕਿ ਜੋ ਲੋਕ ਵਾਕਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ ਉਹ ਤਾਂ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਤਾਂ ਬਾਕੀ ਜੇ ਦੁਨੀਆ ਆਪਣੇ ਕੋਈ ਨਿੱਜੀ ਮਫਾਦਾਂ ਲਈ ਚੱਲਦੀ ਹੈ ਜਾਂ ਆਪਣੇ ਕੋਈ ਨਿੱਜੀ ਕਾਰਨਾਂ ਕਰਕੇ ਇਹਨਾਂ ਦੇ ਨਾਲ ਜੁੜ ਰਹੇ ਨੇ, ਉਹਨਾਂ ਦਾ ਕੁਝ ਕਹਿ ਨਹੀਂ ਸਕਦੇ ਅਸੀਂ। ਤਾਂ ਤੁਹਾਡੇ ਹਲਕੇ ਦੀਆਂ ਹੋਰ ਕਿਹੜੀਆਂ ਸਮੱਸਿਆਵਾਂ ਹੈਗੀਆਂ, ਜਾਂ ਤੁਹਾਡੇ ਮੁੱਖ ਮੁੱਦੇ ਕੀ ਹੈ? ਕਿਉਂਕਿ ਇੱਕ ਪਾਸੇ ਉੱਥੇ ਲਗਾਤਾਰ 20 ਸਾਲ ਕਾਂਗਰਸ ਨੇ ਰਾਜ ਕੀਤਾ, ਗੁਰੂ ਹਰਸਹਾਏ ਦੇ ਵਿੱਚ ਰਾਣਾ ਸੋਢੀ ਜਿਹੜਾ ਹੈਗਾ ਉਹ ਇਸ ਵਕਤ ਭਾਜਪਾ ਵੱਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨੇ ਗਏ ਆ, ਭਾਜਪਾ ਉਹਨਾਂ ਨੇ ਪਿਛਲੇ ਦਿਨ ਜੁਆਇਨ ਕੀਤੀ ਹੈਗੀ। ਤਾਂ 20 ਸਾਲ ਲਗਾਤਾਰ ਕਾਂਗਰਸ ਦਾ ਉੱਥੇ ਚਿਹਰਾ ਰਿਹਾ, ਉਹ ਛੱਡ ਗਿਆ। ਤਾਂ ਉਸ ਹਲਕੇ ਦੇ ਮੁੱਖ ਮੁੱਦੇ ਕੀ ਹੈ? ਗੁਰੂ ਹਰਸਹਾਏ ਕਾਫੀ ਪਛੜਿਆ ਹੋਇਆ ਹਲਕਾ ਜਿਹੜਾ ਕਿ ਪੰਜਾਬ ਦੇ ਵਿੱਚੋਂ ਮੰਨਿਆ ਜਾਂਦਾ। ਬਿਲਕੁਲ ਜਸਵੀਰ ਜੀ, ਮੇਨ ਮੁੱਦੇ ਹੀ ਇਹ ਨੇ ਸਾਡੇ ਕਿ ਜਿਸ ਜਗ੍ਹਾ ਕਰਕੇ ਅਸੀਂ ਇਸ ਤੇ ਇਲੈਕਸ਼ਨ ਲੜਨਾ। ਹੁਣ ਮੈਂ ਗੁਰੂ ਹਰਸਹਾਏ ਦੇ ਵਿੱਚੋਂ ਜਦੋਂ ਪਿੰਡਾਂ ਦੇ ਵਿੱਚ ਜਾਣਾ ਤਾਂ ਉੱਥੇ ਸਭ ਤੋਂ ਵੱਡੀ ਮਾਰ ਤਾਂ ਇਹ ਪਈ ਹੋਈ ਹੈ ਕਿ ਜਿਹੜੇ ਨੌਜਵਾਨ ਆ, ਬੇਹੱਦ ਨਸ਼ਾ ਜਿਹੜਾ ਉੱਥੇ ਪਿਛਲੇ 10-15 ਸਾਲਾਂ ਦੇ ਵਿੱਚ ਆਇਆ ਹੈ, ਔਰ ਉਸ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕੀਤੇ ਹੋਏ ਨੇ। ਉੱਥੇ ਨੌਜਵਾਨੀ ਜਿਹੜੀ ਹੈ ਨਸ਼ੇ ਨਾਲ ਮਰੀ ਵੀ ਹੈ, ਔਰ ਉਸ ਤੋਂ ਇਲਾਵਾ ਅੱਧਿਓਂ ਜ਼ਿਆਦਾ ਨੌਜਵਾਨੀ ਅੱਜ ਉਹ ਨਸ਼ੇ ਉਹਨਾਂ ਦੇ ਘਰਾਂ ਤੱਕ ਪਹੁੰਚਾਏ ਗਏ ਨੇ। ਉਹ ਨਸ਼ਾ ਯੂਜ਼ ਵੀ ਕਰ ਰਹੇ ਆ ਔਰ ਨਸ਼ੇ ਦੀ ਸਮਗਲਿੰਗ ਵੀ ਕਰ ਰਹੇ ਆ, ਔਰ ਉਹ ਸਭ ਤੋਂ ਵੱਡੀ ਮਾਰ ਉੱਥੇ ਨਸ਼ੇ ਨੇ ਮਾਰੀ ਹੈ। ਸਾਡਾ ਇਹ ਹੋਊਗਾ ਕਿ ਜੇਕਰ ਅਸੀਂ ਇੱਥੋਂ ਜਿੱਤਦੇ ਹਾਂ ਤਾਂ ਪੂਰਨ ਤੌਰ ਤੇ ਅਸੀਂ ਨਸ਼ੇ ਦੀ ਤਾਂ ਪਾਬੰਦੀ ਲਾ ਦਾਂਗੇ। ਅਸੀਂ ਉਹ ਕੈਪਟਨ ਸਾਹਿਬ ਵਾਲਾ ਕੰਮ ਨਹੀਂ ਕਰਾਂਗੇ ਕਿ ਲੱਕ ਤੋੜ ਦਾਂਗੇ ਜਾਂ ਉਹ ਕਰ ਦਾਂਗੇ। ਅਸੀਂ ਆਪ ਡਾਂਗ ਲੈ ਕੇ ਬੈਠਾਂਗੇ ਉੱਥੇ ਔਰ ਅਸੀਂ ਨਸ਼ੇ ਬੰਦ ਕਰਾਂਗੇ। ਦੂਜੀ ਸਭ ਤੋਂ ਵੱਡੀ ਸਮੱਸਿਆ ਕਿ ਗੁਰੂ ਹਰਸਹਾਏ ਹਲਕਾ ਇੱਕ ਬਾਰਡਰ ਪੱਟੀ ਦਾ ਏਰੀਆ ਹੈ। ਇੱਥੇ ਤਾਰ ਪਾਰ ਤੋਂ ਜ਼ਮੀਨ ਹੈ, ਹਰ ਕਿਸਾਨਾਂ ਦੀਆਂ ਜ਼ਮੀਨਾਂ ਜੋ ਉੱਥੇ ਨੇ ਉਹਦੀ ਦਿੱਕਤ ਬਹੁਤ ਆਉਂਦੀ ਹੈ। ਜਦੋਂ ਤਾਰ ਪਾਰ ਤੋਂ ਜਾਣਾ ਪੈਂਦਾ ਹੈ ਤਾਂ ਉਹਦੇ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ, ਔਰ ਉਹਦਾ ਮੁਆਵਜ਼ਾ ਜਿਹੜਾ ਹੈ ਉਹ ਪਿਛਲੇ 10 ਸਾਲਾਂ ਤੋਂ ਸਰਕਾਰਾਂ ਨੇ ਰੋਕ ਕੇ ਰੱਖਿਆ ਹੋਇਆ ਹੈ, ਚਾਹੇ ਕਾਂਗਰਸ ਦੀ ਸਰਕਾਰ ਰਹੀ ਜਾਂ ਹੁਣ ਜਿਹੜੀ ਬੀਜੇਪੀ ਰੂਲ ਕਰ ਰਹੀ ਹੈ। ਇਹਨਾਂ ਦੋਨਾਂ ਸਰਕਾਰਾਂ ਨੇ ਜਿਹੜਾ ਵਾ ਉੱਥੋਂ ਮੁਆਵਜ਼ਾ ਰੋਕ ਕੇ ਰੱਖਿਆ। ਉਹਨਾਂ ਲੋਕਾਂ ਨੂੰ ਜ਼ਮੀਨਾਂ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ। ਉਹ ਕਿਉਂਕਿ ਬਾਰਡਰ ਜਿਹੜੀ ਤਾਰ ਤੋਂ ਅਗਲੀ ਜ਼ਮੀਨ ਹੁੰਦੀ ਉਹਦਾ ਇੱਕ ਸਪੈਸ਼ਲ ਮੁਆਵਜ਼ਾ ਕੇਂਦਰ ਵੱਲੋਂ ਜਾਰੀ ਹੁੰਦਾ। ਤਾਂ ਇਹੋ ਜਿਹੀਆਂ ਅਨੇਕਾਂ ਮੁਸ਼ਕਲਾਂ ਨੇ। ਉੱਥੇ ਸਿੱਖਿਆ ਦਾ ਢਾਂਚਾ ਬਿਲਕੁਲ ਜਿਹੜਾ ਡੈਮੋਲਿਸ਼ ਕੀਤਾ ਹੋਇਆ, ਖਤਮ ਕੀਤਾ ਹੋਇਆ। ਸਕੂਲਾਂ ਦਾ ਬਿਲਕੁਲ ਬੁਰਾ ਹਾਲ ਆ, ਕੰਡਮ ਕੀਤੇ ਹੋਏ ਸਕੂਲ ਨੇ। ਅਸੀਂ ਸਿੱਖਿਆ ਦੇ ਤੌਰ ਤੇ ਇਹਨਾਂ ਨੂੰ ਜਿਹੜੇ ਸਾਡੀਆਂ ਸੰਸਥਾਵਾਂ ਨੇ, ਸਕੂਲ ਨੇ, ਉਹ ਚੰਗੇ ਉਹ ਅਪਗ੍ਰੇਡ ਕਰਾਂਗੇ, ਉਹਨਾਂ ਨੂੰ ਚੰਗਾ ਬਣਾਵਾਂਗੇ, ਚੰਗੇ ਅਧਿਆਪਕ ਉੱਥੋਂ ਲੈ ਕੇ ਆਵਾਂਗੇ।
ਕਾਲਜ ਦੀ ਬਹੁਤ ਜ਼ਰੂਰਤ ਹੈ। ਅੱਜ ਗੁਰੂ ਹਰਸਾਏ ਦੇ ਵਿੱਚ ਜਿਹੜੇ ਉੱਥੋਂ ਦੇ ਬੱਚੇ ਨੇ ਉਹ ਕਾਲਜ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ। ਕਾਲਜ ਦੇ ਵਿੱਚ ਜਾਂਦਿਆਂ ਸਮੇਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਗੁਰੂ ਹਰਸਾਏ ਤੋਂ ਬਾਹਰ ਪੜ੍ਹਨ ਜਾਣਾ ਪੈਂਦਾ ਹੈ। ਤਾਂ ਹਾਲਾਤ ਇਹੋ ਜਿਹੇ ਨੇ ਕਿ ਅੱਜ ਕੱਲ੍ਹ ਉੱਥੇ ਹਾਲਾਤ ਇੰਨੇ ਕੁ ਨਾਜ਼ੁਕ ਬਣਾਏ ਹੋਏ ਨੇ ਕਿ ਜੇ ਭੈਣਾਂ ਜਾਂ ਸਾਡੇ ਬੱਚੇ ਨੌਜਵਾਨ ਜਦੋਂ ਕਾਲਜ ਤੋਂ ਬਾਹਰ ਜਾਂਦੇ ਆ, ਕਿਤੇ ਪੜ੍ਹਨ ਜਾਂਦੇ ਆ ਹਲਕੇ ਦੇ ਵਿੱਚੋਂ, ਤਾਂ ਉਹਨਾਂ ਦੀ ਲੁੱਟ-ਖੋਹ ਰਸਤੇ 'ਚ ਹੋ ਜਾਂਦੀ ਆ। ਤਾਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਲਈ ਇੱਕ ਲੋਕਾਂ ਦੀ ਜੋ ਉੱਥੇ ਉਹਨਾਂ ਦਾ ਜੀਵਨ ਪੱਧਰ ਹੈ ਉਹਨਾਂ ਦਾ ਮਿਆਰ ਉੱਚਾ ਚੁੱਕਣ ਲਈ ਸਭ ਤੋਂ ਪਹਿਲਾਂ ਉਪਰਾਲੇ ਕਰਾਂਗੇ। ਬਿਲਕੁਲ ਜੋ ਤੁਸੀਂ ਜਿਹੜੀ ਇਹ ਗੱਲ ਕਹੀ ਹੈਗੀ, ਇਹ ਇਲਾਕੇ ਦੇ ਵਿੱਚ ਨਸ਼ਾ ਔਰ ਜਿਹੜਾ ਲੋਕਾਂ ਦੀ ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਹੈਗਾ ਉਹ ਬਾਕੀ ਪੰਜਾਬ ਦੇ ਹਿੱਸਿਆਂ ਨਾਲੋਂ ਬਹੁਤ ਹੀ ਜ਼ਿਆਦਾ ਪਛੜਿਆ ਹੋਇਆ ਹੈ। ਅਸੀਂ ਉਹਨਾਂ ਦੀ ਰਹਿਣੀ ਸਹਿਣੀ ਤੋਂ, ਉਹਨਾਂ ਦੇ ਕੱਪੜਿਆਂ ਤੋਂ, ਉਹਨਾਂ ਦੇ ਬੋਲਬਾਣੀ ਤੋਂ ਪਛਾਣ ਲੈਂਦੇ ਹਾਂ। ਤਾਂ ਕਿਹੜੀਆਂ ਗੱਲਾਂ ਜ਼ਿੰਮੇਵਾਰ ਰਹੀਆਂ ਨੇ? 20 ਸਾਲ ਲਗਾਤਾਰ ਕਾਂਗਰਸ ਜਿਹੜੀ ਹੈਗੀ ਆ ਉਹ ਇਸ ਸੀਟ ਦੇ ਉੱਤੇ ਉਹ ਜਿਹੜਾ ਕਾਬਜ਼ ਰਹੀ ਹੈ, ਰਾਣਾ ਸੋਢੀ ਜਿਹੜੇ ਰਹੇ ਹੈਗੇ ਆ, ਤਾਂ ਕੀ ਵਜ੍ਹਾ ਕੀ ਹੈ ਉਹਨਾਂ ਦੇ ਰਾਜ ਦੇ ਵਿੱਚ? ਔਰ ਸਰਕਾਰ ਵੀ ਉਹਨਾਂ ਦੀ ਰਹੀ ਹੈ ਪੰਜਾਬ ਦੇ ਵਿੱਚ ਪਿਛਲੀ ਵਾਰ ਲਗਾਤਾਰ, ਰਾਣਾ ਸੋਢੀ ਜਿਹੜਾ ਵਿਧਾਇਕ ਸੀਗੇ। ਤਾਂ ਕਿਹੜੇ ਕਾਰਨ ਹੈ? ਆਖਿਰ ਕਿਸ ਤਰੀਕੇ ਦੀ ਜਿਹੜੀ ਇੱਧਰ ਕਮੀ ਵੱਡੀ ਰਹੀ ਹੈ? ਸਰਕਾਰ ਹੋਣ ਦੇ ਬਾਵਜੂਦ ਵੀ ਕੰਮ ਨਹੀਂ ਹੋਏ। ਤੁਸੀਂ ਬੜੇ ਵੱਡੇ ਇਲਜ਼ਾਮ ਲਾਏ ਵੀ ਉਹਨਾਂ ਦੇ ਘਰਾਂ 'ਚ ਨਸ਼ਾ ਵੀ ਆ, ਉਹ ਵੇਚਦੇ ਵੀ ਆ, ਤਸਕਰ ਵੀ ਇਸ ਇਲਾਕੇ 'ਚ ਬੜੇ ਹੈਗੇ ਆ। ਬਿਲਕੁਲ ਤਸਕਰ ਹੈਗੇ ਨੇ, ਔਰ ਇਹ ਤਸਕਰ ਉਹੀ ਨੇ ਜਿਹੜੇ ਇਹਨਾਂ ਵਿਧਾਇਕਾਂ ਦੇ ਆਸੇ-ਪਾਸੇ ਹੁੰਦੇ ਨੇ। ਇਹੀ ਲੋਕ ਖੁੱਲ੍ਹ ਕੇ ਸਮਗਲਿੰਗ ਕਰਦੇ ਨੇ, ਪੈਸਾ ਕਮਾਉਂਦੇ ਨੇ। ਉਸ ਪੈਸੇ ਦਾ ਇਸਤੇਮਾਲ ਹੁਣ ਚੋਣਾਂ ਦੇ ਵਿੱਚ ਇਹਨਾਂ ਨੇ ਖੁੱਲ੍ਹ ਕੇ ਕਰਨਾ ਵੀ ਆ, ਔਰ ਬੇਸ਼ੁਮਾਰ ਧਨ ਦੌਲਤ ਜੋੜਦੇ ਨੇ। ਕਮੀਆਂ ਇਹੀ ਨੇ ਕਿ ਇਹ ਸਾਡੇ ਲੋਕਾਂ ਨੂੰ ਸੋਚਣਾ ਪੈਣਾ ਹੈ ਕਿ ਅਸੀਂ ਆਪਦਾ ਆਗੂ ਚੁਣਨਾ ਕਿਹੋ ਜਿਹਾ, ਕਿਉਂਕਿ ਹਜੇ ਤੱਕ ਅਸੀਂ ਆਪਣਾ ਆਗੂ ਪਛਾਣਿਆ ਹੀ ਨਹੀਂ ਕਿ ਅਸੀਂ ਆਪਦੇ ਆਗੂ ਨੂੰ, ਜਿਹਨੂੰ ਅਸੀਂ ਹੁਕਮਰਾਨੀ ਦੇਣੀ ਆ 5 ਸਾਲ ਆਪਦਾ ਭਵਿੱਖ ਜਿਹਦੇ ਹੱਥਾਂ 'ਚ ਦੇਣਾ, ਉਹ ਕਿਹੋ ਜਿਹਾ ਹੋਣਾ ਚਾਹੀਦਾ। ਜੇ ਇਹਨਾਂ ਨੂੰ ਮੌਕਾ ਮਿਲਿਆ ਸੀ ਤੇ ਇਹਨਾਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣਾ ਚਾਹੀਦਾ ਸੀ, ਪਰ ਇਹਨਾਂ ਦਾ ਜੀਵਨ ਪੱਧਰ ਹੋਰ ਹੇਠਾਂ ਜਾਈ ਜਾ ਰਿਹਾ। ਆਜ਼ਾਦੀ ਤੋਂ ਬਾਅਦ ਤਾਂ ਹੋਰ ਥੱਲੇ ਜਾਈ ਜਾ ਰਿਹਾ। ਅੱਜ ਵੀ ਘਰਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ, ਉਵੇਂ ਹੀ ਲੋਕ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਬੁਰਾ ਹਾਲ ਆ, ਬਾਰਿਸ਼ ਹੋ ਰਹੀ ਆ, ਅਨੇਕਾਂ ਘਰਾਂ ਦੀਆਂ ਛੱਤਾਂ ਜਿਹੜੀਆਂ ਡਿੱਗੀਆਂ ਪਈਆਂ ਨੇ। ਤਾਂ ਇਹੋ ਜਿਹਾ ਜੇ ਲੋਕਾਂ ਦਾ ਰਹਿਣ ਸਹਿਣ ਹੀ ਨਹੀਂ ਅਸੀਂ ਸੁਧਾਰ ਸਕਦੇ, 20 ਸਾਲ ਇੱਕ ਇਨਸਾਨ ਕਿਸੇ ਹਲਕੇ ਤੋਂ MLA ਰਿਹਾ ਹੋਵੇ ਔਰ ਉਹ ਉਹਨਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਨਾ ਚੁੱਕ ਸਕਿਆ ਹੋਵੇ, ਤੇ ਸਭ ਤੋਂ ਮਾੜੀ ਗੱਲ ਆ। ਇਹਦੇ ਵਿੱਚ ਕੱਲੀ ਕਾਂਗਰਸ ਨਹੀਂ, ਇਸ ਹਲਕੇ ਦੇ ਵਿੱਚ ਲੋਕਾਂ ਨੂੰ ਇਹ ਸਮਝ ਜਾਣਾ ਚਾਹੀਦਾ ਸੀ, ਵੋਟਰਾਂ ਨੂੰ, ਕਿ ਇੱਥੇ ਦੋਨੋਂ ਧਿਰਾਂ ਰਾਜ ਕਰ ਰਹੀਆਂ। ਇਸ ਹਲਕੇ ਦੇ ਵਿੱਚੋਂ ਸੁਖਬੀਰ ਬਾਦਲ ਅੱਜ MP ਨੇ, 2.5 ਸਾਲ ਦਾ ਸਮਾਂ ਹੋ ਗਿਆ MP ਨੇ, ਔਰ ਇੱਕ MP ਨੂੰ 1 ਸਾਲ ਦੇ ਵਿੱਚ ਫੰਡ ਕਿੰਨਾ ਮਿਲਦਾ? ਕਰੋੜਾਂ ਫੰਡ ਮਿਲਦਾ। 1 ਰੁਪਈਆ ਵੀ ਅੱਜ ਤੱਕ ਉਹਨਾਂ ਨੇ ਇਸ ਹਲਕੇ ਦੇ ਵਿੱਚ ਨਹੀਂ ਲਾਇਆ MP ਬਣਨ ਤੋਂ ਬਾਅਦ। ਤਾਂ ਮੈਂ ਕਹਿੰਦਾ ਕਿ ਇੱਕ ਪਾਸੇ ਬਾਦਲ ਦਲ ਨੂੰ ਰਾਜ ਮਿਲਿਆ ਹੋਇਆ, ਇੱਕ ਪਾਸੇ ਰਾਣਾ ਸੋਢੀ ਕਾਂਗਰਸ ਵੱਲੋਂ ਸੀ, ਚਾਹੇ ਹੁਣ ਭਾਜਪਾ 'ਚ ਚਲੇ ਗਏ ਆ, ਉਹਨਾਂ ਨੂੰ ਰਾਜ ਮਿਲਿਆ, ਲੇਕਿਨ ਲੋਕਾਂ ਦਾ ਜੀਵਨ ਪੱਧਰ ਬਿਲਕੁਲ ਖਤਮ। ਜਤਿੰਦਰ ਜੀ, ਇੱਕ ਪਾਸੇ ਤੁਸੀਂ ਕਿਹਾ ਵੀ MP ਜਿਹੜਾ ਹੈਗਾ ਉਹ ਹਲਕੇ ਦੇ ਵਿੱਚ ਆਉਂਦਾ ਹੈਗਾ, ਗੁਰੂ ਹਰਸਹਾਏ ਫਿਰੋਜ਼ਪੁਰ ਹਲਕੇ ਦੇ ਵਿੱਚ, ਉੱਥੇ ਸੁਖਬੀਰ ਸਿੰਘ ਬਾਦਲ ਹੈ। ਇੱਕ ਪਾਸੇ ਵਿਧਾਇਕ ਕੈਂਡੀਡੇਟ ਅਕਾਲੀ ਦਲ ਵੱਲੋਂ ਨੋਨੀ ਮਾਨ ਹੈ, ਉਹ ਵੀ ਬਾਦਲ ਪਰਿਵਾਰ ਦੇ ਕਰੀਬੀ ਵੱਡੇ ਪਰਿਵਾਰਾਂ 'ਚੋਂ ਪੁਰਾਣਿਆਂ 'ਚੋਂ ਇੱਕ ਹੈਗੇ ਆ, ਔਰ ਕਾਂਗਰਸ ਵੱਲੋਂ ਅਜੇ ਟਿਕਟ ਜਿਹੜੀ ਅਨਾਊਂਸ ਹੋਣੀ ਹੈ, BJP ਵੱਲੋਂ ਵੀ ਹੋਣੀ ਆ। ਇੱਕ ਪਾਸੇ ਉਹ ਵੱਡੇ ਜਿਹੜੇ ਹੈਗੇ ਆ, ਬੜੇ ਵੱਡੇ ਘਰਾਣੇ ਆ, ਔਰ ਇੱਕ ਪਾਸੇ ਤੁਸੀਂ ਆਮ ਜੇ ਕਰਦੇ ਹੋ। ਕਿੰਨਾ ਕੁ ਔਖਾ ਮੁਕਾਬਲਾ ਤੁਸੀਂ ਸਮਝਦੇ ਹੋ? ਹਾਂ, ਇਹ ਤਾਂ ਔਖਾ ਤਾਂ ਹੈ ਜਸਵੀਰ ਜੀ। ਇੱਕ ਆਮ ਘਰ ਦੇ ਇਨਸਾਨ ਨੂੰ, ਬੱਚੇ ਨੂੰ ਇਸ ਪੱਧਰ ਤੇ ਆਉਣਾ ਔਖਿਆਈ ਹੁੰਦੀ ਆ, ਕਿਉਂਕਿ ਉਹ ਸਥਾਪਿਤ ਲੋਕ ਨੇ, ਬਹੁਤ ਵੱਡੇ ਉਹਨਾਂ ਦੇ ਨੈਕਸਸ ਵੀ ਨੇ, ਉਹਨਾਂ ਦੇ ਨਾਲ ਅਸੀਂ ਟੱਕਰ ਨਹੀਂ ਲੈ ਸਕਦੇ। ਪਰ ਸਾਡਾ ਮੁਕਾਬਲਾ ਜੇ ਸੋਚਿਆ ਜਾਵੇ ਤਾਂ ਅਸੀਂ ਉਹਨਾਂ ਲੋਕਾਂ ਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਰਹੇ। ਅਸੀਂ ਤਾਂ ਆਪਣੇ ਜੀਵਨ ਪੱਧਰ ਨੂੰ, ਆਪਣੇ ਲੋਕਾਂ ਦੇ ਲਈ ਹਲਕੇ 'ਚ ਜਾਵਾਂਗੇ, ਉਹਨਾਂ ਦੇ ਕੋਲ ਜਾ ਰਹੇ ਹਾਂ। ਆਪਣੀ ਗੱਲ ਜੇ ਉਹਨਾਂ ਕੋਲ ਰੱਖਾਂਗੇ ਤਾਂ ਸਾਨੂੰ ਉਮੀਦ ਹੈ ਕਿ ਜਿਹਦੇ ਕੋਲ ਅਸੀਂ ਆਪਣੀ ਗੱਲ ਰੱਖਾਂਗੇ ਉਹ ਆਪਣੇ ਬੱਚਿਆਂ ਦਾ ਜ਼ਰੂਰ ਸੋਚੂਗਾ, ਕਿਉਂਕਿ ਅੱਜ ਸਭ ਤੋਂ ਪਹਿਲੀ ਪ੍ਰਾਇਓਰਟੀ ਹੈ ਕਿ ਅਸੀਂ ਆਪਣੇ ਬੱਚੇ ਕਿਵੇਂ ਬਚਾਉਣੇ ਆ। ਬਾਕੀ ਮੁੱਦੇ ਤਾਂ ਛੱਡ ਦਿਓ, ਸਾਰਾ ਕੁਛ ਹੀ ਬਾਅਦ 'ਚ, ਗਲੀਆਂ ਨਾਲੀਆਂ ਪੱਕੀਆਂ ਹੁੰਦੀਆਂ ਰਹਿਣਗੀਆਂ, ਸਿਹਤ ਸਹੂਲਤਾਂ ਬਾਅਦ 'ਚ ਮਿਲਦੀਆਂ ਰਹਿਣਗੀਆਂ। ਜੇ ਸਾਡੇ ਬੱਚੇ ਹੀ ਨਾ ਰਹੇ ਤਾਂ ਅਸੀਂ ਇਹ ਸਭ ਕੁਝ ਕਰਨਾ ਕੀ ਆ? ਤਾਂ ਪ੍ਰਾਇਓਰਟੀ ਇਹੀ ਹੈ ਕਿ ਅਸੀਂ ਲੋਕਾਂ ਨੂੰ ਇਹੀ ਦੱਸ ਰਹੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਇਹ ਕਰੀਏ ਕਿ ਆਪਾਂ ਆਪਣੇ ਬੱਚੇ ਬਚਾਉਣੇ ਕਿਵੇਂ ਆ। ਬਚਾਉਣੇ ਕਿੱਦਾਂ? ਅੱਜ ਹਮਲੇ ਕਿੱਥੇ ਹੋ ਰਹੇ ਆ? ਨਸ਼ਾ ਮੈਂ ਪਹਿਲਾਂ ਦੱਸ ਚੁੱਕਿਆ। ਦੂਜਾ ਹਮਲਾ, ਬੱਚਾ ਜੇ ਘਰ ਦੇ ਵਿੱਚ ਹੈ ਤਾਂ ਉਹਨੂੰ ਪੜ੍ਹਾਈ ਲਿਖਾਈ ਤੋਂ ਵਾਂਝੇ ਕਰਨ ਲਈ ਸਕੂਲਾਂ ਦਾ ਸਿਸਟਮ ਖਤਮ ਕੀਤਾ ਹੋਇਆ। ਜੇ ਬੱਚਾ ਪੜ੍ਹ ਵੀ ਜਾਂਦਾ ਔਖਾ ਸੌਖਾ ਹੋ ਕੇ, ਉਹਨੂੰ ਮਜਬੂਰ ਕਰ ਦਿੱਤਾ ਜਾਂਦਾ ਕਿ ਇੱਥੋਂ ਵਿਦੇਸ਼ ਚਲੇ ਜਾਵੇ। ਜਵਾਨੀ ਤਾਂ ਸਾਡੀ ਇੱਥੇ ਰਹਿ ਹੀ ਨਹੀਂ ਰਹੀ। ਜੇ ਵਿਦੇਸ਼ ਨਹੀਂ ਜਾ ਸਕਿਆ, ਉਹਨੂੰ ਬੇਰੁਜ਼ਗਾਰੀ ਦੇ ਵਿੱਚ ਇੱਥੇ ਉਹਦੇ ਹੱਥ 'ਚ ਕੋਈ ਨਸ਼ੇ ਦੀਆਂ ਪੁੜੀਆਂ ਫੜਾ ਦਿੰਦੇ ਆ ਇਹੀ ਲੀਡਰ, ਉਹ ਲੱਗ ਜਾਂਦਾ ਉਸ ਪਾਸੇ, ਥੋੜ੍ਹੇ ਚਿਰ ਬਾਅਦ ਉਹਨੂੰ ਜੇਲ੍ਹ 'ਚ ਡੱਕ ਦਿੰਦੇ ਆ, ਜਾਂ ਉਹ ਆਪ ਨਸ਼ਾ ਕਰਕੇ ਮਰ ਜਾਂਦਾ। ਸੋ ਜਵਾਨੀ ਨੂੰ ਬਚਾਉਣਾ, ਆਪਣੀਆਂ ਨਸਲਾਂ ਨੂੰ ਬਚਾਉਣਾ, ਇਹ ਪ੍ਰਾਇਓਰਟੀ ਆ। ਅਸੀਂ ਇਹੀ ਗੱਲ ਵੋਟਰਾਂ ਕੋਲ ਲੈ ਕੇ ਜਾ ਰਹੇ ਹਾਂ ਕਿ ਛੱਡ ਦਿਓ ਬਾਕੀ ਜੋ ਲਾਲਚ ਦਿੱਤੇ ਜਾ ਰਹੇ ਆ ਕਿ ਬੀਬੀਆਂ ਨੂੰ 2000 ਦੇ ਦਾਂਗੇ,
ਗੈਸ ਸਿਲੰਡਰ ਦੇ ਦਾਂਗੇ, ਚਾਹ ਪੱਤੀ ਦੇ ਦਾਂਗੇ, ਇਹ ਸਾਡੇ ਮੁੱਦੇ ਨਹੀਂ ਹੈ। ਸਾਡਾ ਮੁੱਦਾ ਹੈ ਕਿ ਅਸੀਂ ਸਾਡੇ ਉੱਤੇ ਜੋ ਹਮਲਾ ਹੋ ਰਿਹਾ ਹੈ, ਸਾਡੀ ਨੌਜਵਾਨੀ ਹੈ, ਉਹਨੂੰ ਬਚਾਉਣਾ ਕਿੱਦਾਂ ਹੈ ਤਾਂ ਕਿ ਅਸੀਂ ਆਪਣੀ ਹੋਂਦ ਬਰਕਰਾਰ ਰੱਖੀਏ। ਤਾਂ ਉਮੀਦ ਹੈ ਕਿ ਜਿਹੜੇ ਲੋਕ ਇਸ ਚੀਜ਼ ਨੂੰ ਸਮਝਦੇ ਨੇ ਉਹ ਜ਼ਰੂਰ ਤੁਰਨਗੇ, ਬਦਲਾਵ ਤਾਂ ਆਊਗਾ। ਜਦੋਂ ਤੁਸੀਂ ਲੋਕਾਂ ਨੂੰ ਜਾਣਦੇ ਹੋ, ਤੁਸੀਂ ਲੋਕਾਂ 'ਚ ਵਿਚਰਦੇ ਹੋ, ਕੰਪੇਨਿੰਗ ਕਰਦੇ ਹੋ, ਡੋਰ ਟੂ ਡੋਰ ਜਾਂਦੇ ਹੋ, ਤਾਂ ਕੀ ਲੋਕ ਤੁਹਾਡੀ, ਕਿਉਂਕਿ ਤੁਹਾਡਾ ਜਿਹੜੀ ਇਹ ਤੁਸੀਂ ਗੱਲ ਕਹੀ ਬਹੁਤ ਕੀਮਤੀ ਹੈ, ਬਿਲਕੁਲ ਆਟੇ ਤੋਂ ਜ਼ਰੂਰੀ, ਦਾਲ ਤੋਂ ਜ਼ਰੂਰੀ, ਸਿਹਤ ਸਹੂਲਤਾਂ ਵੱਡੇ ਹੋਣ ਤੋਂ, ਸਕੂਲਾਂ ਕਾਲਜਾਂ ਤੋਂ ਵੀ ਘੱਟੋ ਘੱਟ ਜ਼ਰੂਰੀ ਤੁਹਾਡੀ ਜਿਹੜੀ ਛੋਟੀ ਪੀੜ੍ਹੀ ਹੈ, ਜਿਹੜੀਆਂ ਜਦੋਂ ਤੁਹਾਡੀਆਂ ਧੀਆਂ ਜਵਾਨ ਹੋਣ, ਤੁਹਾਡੇ ਪੁੱਤ ਗੱਭਰੂ ਹੋਣ, ਉਹਨਾਂ ਦੇ ਮੁੱਛਾਂ ਫੁੱਟਣ, ਜਦੋਂ ਉਹਨਾਂ ਨੂੰ ਸੋਹਣਾ ਮਾਹੌਲ ਵਾਤਾਵਰਨ ਮਿਲੇ। ਔਰ ਤੁਹਾਡਾ ਇਲਾਕਾ ਸਾਡੇ ਲਾਗੇ ਆ ਮੁਕਤਸਰ ਦੇ ਨਾਲ, ਜਿਹੜਾ ਹੈਗਾ, ਜਿਹੜਾ ਤੁਹਾਡਾ ਹਲਕਾ ਪੈਂਦਾ, ਉਹ ਅੱਧਾ ਮੁਕਤਸਰ ਦੇ ਹਲਕੇ ਦੇ ਨਾਲ ਕੁਝ ਪਿੰਡ ਜਿਹੜੇ ਮੈਚ ਕਰ ਜਾਂਦੇ ਆ। ਤਾਂ ਇੱਧਰ ਨਸ਼ਾ ਜਿਹੜਾ ਹੈਗਾ ਬਾਰਡਰ ਏਰੀਆ ਹੋਣ ਕਰਕੇ, ਮਾਝਾ ਬੜਾ ਮਸ਼ਹੂਰ ਸੀ, ਉੱਧਰ ਚਿੱਟਾ ਬਹੁਤ ਹੈ, ਪਰ ਇਹ ਏਰੀਆ ਤਾਂ ਉਹਨਾਂ ਨਾਲੋਂ ਵੀ ਮਸ਼ਹੂਰ ਹੈ। ਸਾਡੇ ਮੁਕਤਸਰ ਤੱਕ ਵੀ ਜਿਹੜੇ ਅਸੀਂ ਆਮ ਕਈ ਵਾਰੀ ਮੀਡੀਆ ਦੇ ਵਿੱਚ ਵਿਚਰਦੇ ਦੇਖਦੇ ਹਾਂ, ਕੁਝ ਤਸਕਰ ਵਗੈਰਾ ਫੜੇ ਜਾਂਦੇ ਆ, ਕੁਝ ਨਸ਼ਾ ਵੇਚਣ ਵਾਲੇ, ਉਹ ਕਹਿੰਦੇ ਜੀ ਮੈਂ ਉੱਧਰੋਂ ਆਇਆ, ਤੁਹਾਡੇ ਜਲਾਲਾਬਾਦ ਦੇ ਔਰ ਗੁਰੂ ਹਰਸਾਏ ਦੇ ਪਿੰਡਾਂ ਦੇ ਨਾਮ ਲੈਂਦੇ, ਸ਼ਰਮ ਲੈਂਦੇ ਆ। ਔਰ ਉਦੋਂ ਬਾਅਦ ਤੱਕ ਕੀ ਵਜ੍ਹਾ ਕੀ ਹੈ ਇੱਧਰ, ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਹੋ, ਕਿ ਲੋਕ ਤੁਹਾਡੀ ਇਸ ਗੱਲ ਨੂੰ ਤਵੱਜੋ ਦਿੰਦੇ ਆ, ਜਾਂ ਜਿਹੜਾ ਉਹੀ ਘਰਾਣੇ ਪੁਰਾਣੇ ਹੈਗੇ ਆ ਜੀ, 20 ਸਾਲ ਲਗਾਤਾਰ ਕਾਂਗਰਸ ਨੇ ਰਾਜ ਕੀਤਾ, ਅਕਾਲੀ ਦਲ, ਤਾਂ ਲੋਕਾਂ ਦੀ ਕੀ ਤੁਸੀਂ ਜਿਹੜੀ ਹੈਗੀ ਆ ਉਹ ਅੱਜ ਤੱਕ ਕੀ ਰਮਜ ਪਛਾਣੀ ਹੈ, ਲੋਕ ਤੁਹਾਡੀ ਇਸ ਗੱਲ ਦੀ ਜਿਹੜੀ ਕਦਰ ਕਰਦੇ ਆ? ਹਾਂ, ਤੁਸੀਂ ਕਿਸੇ ਵੀ ਪਿੰਡ ਚਲੇ ਜਾਓ, ਅੱਜ ਦਾ ਦੌਰ ਇੰਨਾ ਭਿਆਨਕ ਹੋ ਚੁੱਕਿਆ ਕਿ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ, ਤਾਂ ਇੱਕ ਹਲਕੇ ਦੀ ਗੱਲ ਕਰ ਰਿਹਾ, ਤੁਸੀਂ ਪੰਜਾਬ ਦੇ ਕਿਸੇ ਪਿੰਡ ਚਲੇ ਜਾਓ, ਸਭ ਤੋਂ ਵੱਧ ਸ਼ਿਕਾਰ ਤੁਹਾਨੂੰ ਨਸ਼ੇ ਵਾਲੇ ਮਿਲਣਗੇ। ਅੱਜ ਹਰ ਮਾਂ ਪਿਓ ਦੀ ਇੱਕ ਹੀ, ਅੱਜ ਤਾਂ ਮਾਂ ਪਿਓ ਬੱਚੇ ਨੂੰ ਸਕੂਲ ਭੇਜਣ ਲੱਗਾ ਵੀ ਡਰਨ ਲੱਗ ਗਿਆ ਕਿ ਯਾਰ ਵੀ ਸਕੂਲ ਬੱਚੇ ਨੂੰ ਭੇਜੂਗਾ, ਇਹ ਨਾ ਹੋਵੇ ਕਿਹੜੀ ਸੰਗਤ ਦੇ ਵਿੱਚ ਪੈ ਜਾਵੇ, ਤੇ ਇਹਨੂੰ ਕਿਉਂ ਨਾ ਘਰੇ ਹੀ ਪੜ੍ਹਾ ਲਵਾਂ, ਕੁਝ ਇਹੋ ਜਿਹਾ ਇੰਤਜ਼ਾਮ ਕਰਾਂ, ਜਾਂ ਬਾਹਰ ਕੱਢੀ ਜਾਂਦੇ ਆ। ਸੋ ਇਹ ਹੈ, ਜਿਹੜੇ ਪਿੰਡ ਜਾਂਦੇ ਆ ਉੱਥੇ ਸਾਨੂੰ ਅਨੇਕਾਂ ਬੱਚੇ, ਮਾਵਾਂ ਮਿਲ ਜਾਂਦੀਆਂ ਜਿਨ੍ਹਾਂ ਦੀ ਗੋਦ ਜਿਹੜੀ ਆ ਉਹ ਉੱਜੜ ਗਈ, ਉਹਨਾਂ ਮਾਂ ਪਿਓ ਮਿਲ ਗਏ ਜਿਹੜੇ ਆਪਦੇ ਬੱਚਿਆਂ ਨੂੰ ਮੋਢਿਆਂ ਤੇ ਚੁੱਕ ਕੇ ਸਿਵਿਆਂ ਤੱਕ ਛੱਡ ਆਏ, ਲਾਸ਼ਾਂ ਢੋ ਰਹੇ ਆ ਉਹਨਾਂ ਦੀਆਂ। ਹਾਂ, ਜ਼ਰੂਰ ਉਹ ਲੋਕ ਵੀ ਹੈਗੇ ਨੇ ਇੱਕ ਪਾਸੇ, ਕਿਸੇ ਪਿੰਡ ਦੇ ਵਿੱਚ 2-3 ਮੋਹਤਵਾਰ ਬੰਦੇ ਇਹਨਾਂ ਪਾਰਟੀਆਂ ਨੇ, ਸਥਾਪਿਤ ਰਵਾਇਤੀ ਪਾਰਟੀਆਂ ਨੇ ਚੁਣੇ ਹੋਏ ਸੀ, ਜਿਨ੍ਹਾਂ ਨੂੰ ਇਹਨਾਂ ਨੇ ਰੱਜ ਕੇ ਅਹੁਦੇਦਾਰੀਆਂ ਵੀ ਦਿੱਤੀਆਂ ਆਪਦੇ ਸਮੇਂ ਦੇ ਵਿੱਚ, ਔਰ ਉਹਨਾਂ ਨੂੰ ਸਰਪੰਚੀਆਂ, ਨੰਬਰਦਾਰੀਆਂ, ਹੋਰ ਫਲਾਨਾ ਕੁਝ ਦੇ ਕੇ ਉਹਨਾਂ ਤੋਂ ਇਹ ਕੰਮ ਵੀ ਕਰਵਾਏ। ਉਹ ਜ਼ਰੂਰ ਉਹਨਾਂ ਲੋਕਾਂ ਨੂੰ ਅੱਜ ਡਰਾ ਧਮਕਾ ਕੇ ਆਪਦੇ ਨਾਲ ਤੋਰ ਰਹੇ ਆ, ਪਰ ਅੰਦਰੋਂ ਲੋਕ ਧਾਰੀ ਬੈਠੇ ਆ ਕਿ ਇਸ ਵਾਰ ਇਹ ਰਵਾਇਤੀ ਪਾਰਟੀਆਂ ਦਾ ਨਾਸ਼ ਹੀ ਇਹਨਾਂ ਦੀ ਜੜ ਇੱਥੋਂ ਪੁੱਟ ਦੇਣੀ ਆ। ਸਾਨੂੰ ਉਮੀਦ ਹੈ ਕਿ ਬਦਲਾਵ ਆ ਜਾਊਗਾ ਔਰ ਉਹ ਲੋਕ ਚੱਲਣਗੇ ਨਾਲ ਜਿਨ੍ਹਾਂ ਨਾਲ ਅਨਿਆਏ ਹੋਇਆ। ਤੁਸੀਂ ਕਿਹਾ ਵੀ ਲੋਕ ਧਾਰੀ ਬੈਠੇ ਆ, ਤਾਂ ਜਦੋਂ ਹੁਣ ਫਿਰ ਮੈਂ ਤੁਹਾਡੇ ਹਲਕੇ ਵੱਲ ਦੇਖਦਾ, ਇੱਕ ਪਾਸੇ 20 ਸਾਲ ਲਗਾਤਾਰ ਉਹ ਵਿਧਾਇਕੀ ਜਿਹੜੀ ਕਾਂਗਰਸ ਨੂੰ ਲੋਕਾਂ ਨੇ ਦਿੱਤੀ ਹੈਗੀ, ਉਹਨਾਂ ਦੇ ਹੱਕ 'ਚ ਫਤਵਾ ਦਿੱਤਾ ਹੈ, ਅਕਾਲੀ ਦਲ ਦਾ ਜਿਹੜਾ ਬੜਾ ਵੱਡਾ ਪਰਿਵਾਰ ਹੈ, ਜਿਹੜਾ ਬਾਦਲ ਪਰਿਵਾਰ ਦਾ ਨਜ਼ਦੀਕੀ ਹੈ, ਤਾਂ ਕੀ ਲੱਗਦਾ ਇਸ ਹਲਕੇ 'ਚੋਂ ਇਸ ਵਾਰ ਉਹ ਚੀਜ਼, ਉਹ ਧਾਰਨਾ ਟੁੱਟੂਗੀ ਵੀ ਸੱਚਮੁੱਚ ਇੱਕ ਉਹ ਪਾਰਟੀ ਜਿਹਨੂੰ 90 ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਜਿਹੜਾ ਹੈਗਾ ਫਤਵਾ ਉਹਨਾਂ ਦੇ ਹੱਕ 'ਚ ਨਹੀਂ ਦਿੱਤਾ? ਬੇਸ਼ੱਕ ਮਾਨ ਸਾਹਿਬ ਦੀ ਇੱਜ਼ਤ ਤਾਂ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਨੇ, ਔਰ ਪੰਜਾਬ ਦੇ ਸਿੱਖ ਤਾਂ ਇੱਕ ਜਿਹੜਾ ਹੈਗਾ ਪੰਥਕ ਵੱਡੀ ਸ਼ਖਸੀਅਤ, ਮਹਾਤਮਾ ਵਾਂਗ ਲੋਕ ਸਤਿਕਾਰ ਕਰਦੇ ਆ, ਪਰ ਜਦੋਂ ਵੋਟਾਂ ਆਉਂਦੀਆਂ ਉਦੋਂ ਵੋਟਾਂ ਦੂਜਿਆਂ ਨੂੰ ਪਾ ਦਿੰਦੇ। ਤਾਂ ਕੀ ਇਸ ਹਲਕੇ 'ਚ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਅੰਦਾਜ਼ਾ ਹੈਗਾ ਵੀ ਲੋਕ ਕਹਿਣਗੇ ਵੀ ਵਾਕਿਆ ਹੀ ਸੀ ਗੱਲਬਾਤ, ਉਹ ਲੋੜ ਸੀ ਔਰ ਇਸ ਤਰ੍ਹਾਂ ਦਾ? ਦੇਖੋ, ਜੇ ਤਾਂ ਲੋਕ ਆਪਣੇ ਉੱਤੇ ਹੋਏ ਜ਼ੁਲਮ ਨੂੰ ਉਹਦਾ ਅਹਿਸਾਸ ਕਰਨਗੇ, ਜਾਂ ਅਤੀਤ ਦੇ ਵਿੱਚ ਉਹਨਾਂ ਨਾਲ ਕੀ ਕੁਝ ਵਾਪਰਿਆ, ਜੇ ਵਾਕਈ ਉਸਦਾ ਉਹਨਾਂ ਨੂੰ ਕੋਈ ਅਹਿਸਾਸ ਹੋਊਗਾ, ਜਾਂ ਅੱਜ ਉਹਨਾਂ ਦੇ ਧੀਆਂ ਪੁੱਤਰ ਇਹ ਮੁਲਕ ਛੱਡ ਕੇ ਕਿਉਂ ਬਾਹਰ ਜਾ ਰਹੇ ਆ, ਇਹਦੇ ਕਾਰਨ ਲੱਭ ਲੈਣਗੇ, ਚਾਹੇ ਉਹ ਕੋਈ ਵੀ ਹੋਣ, ਕਿਉਂਕਿ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਚਾਹੇ ਅਕਾਲੀ ਬਾਦਲ ਦਲੀਏ ਹੋਣ, ਚਾਹੇ ਕਾਂਗਰਸੀ ਹੋਣ, ਚਾਹੇ ਝਾੜੂ ਵਾਲੇ ਹੋਣ। ਪਰ ਮੈਂ ਹਮੇਸ਼ਾ ਉਹਨਾਂ ਲੀਡਰਾਂ ਨੂੰ ਜਿਹੜੇ ਇਹਨਾਂ ਪਾਰਟੀਆਂ ਦੇ ਮਗਰ ਲਾ ਕੇ ਪਿੰਡਾਂ 'ਚ ਲੋਕਾਂ ਨੂੰ ਪ੍ਰੇਰਦੇ ਆ ਕਿ ਤੁਸੀਂ ਬਾਦਲਾਂ ਨੂੰ ਵੋਟ ਕਰੋ, ਤੁਸੀਂ ਝਾੜੂ ਨੂੰ ਵੋਟ ਕਰੋ, ਤੁਸੀਂ ਕਾਂਗਰਸ ਨੂੰ ਵੋਟ ਕਰੋ, ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਕਿ ਤੁਸੀਂ ਆਪਦੇ ਬੱਚੇ ਦੱਸੋ ਇਸ ਟਾਈਮ ਕਿੱਥੇ ਆ। ਉਹ ਕਹਿਣਗੇ ਜੀ ਬਾਹਰ ਭੇਜ ਰਹੇ ਆ ਬੱਚੇ। ਤਾਂ ਸੋ ਇਹ ਕਾਰਨ ਨੇ, ਅਸੀਂ ਉਹਨਾਂ ਨੂੰ ਇਹੀ ਕਹਿੰਦੇ ਕਿ ਜੇ ਸਾਰਾ ਕੁਝ ਇੰਨਾ ਵਧੀਆ ਹੈ, ਜੇ ਬਾਦਲ ਸਾਹਿਬ ਦਾ 35 ਸਾਲ ਦਾ ਰਾਜ ਐਡਾ ਵਧੀਆ ਸੀ, ਤਾਂ ਤੁਹਾਡੀਆਂ ਨਸਲਾਂ ਕਿਉਂ ਮਜਬੂਰ ਹੋ ਗਈਆਂ ਬਾਹਰ ਜਾਣ ਨੂੰ, ਤੁਹਾਡੇ ਕੋਲ ਦੂਰ ਕਿਉਂ ਬੈਠੇ ਆ? ਜੇ ਕਾਂਗਰਸ ਦਾ ਰਾਜ ਐਡਾ ਵਧੀਆ ਸੀ ਤਾਂ ਉਹ ਕਿਉਂ ਦੂਰ ਬੈਠੇ ਆ? ਸੋ ਜਦੋਂ ਲੋਕਾਂ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਹਾਂ ਯਾਰ ਵੀ ਇਹ ਗੱਲ ਤਾਂ ਸਹੀ ਆ, ਵੀ ਇਹਨਾਂ ਨੇ ਕੀਤਾ ਕੀ ਸਾਡੇ ਲਈ ਹੁਣ ਤੱਕ, ਤਾਂ ਫਿਰ ਉਹ ਲੋਕ ਤਾਂ ਜ਼ਰੂਰ ਤੁਰਦੇ ਆ। ਮੈਂ ਉਹੀ ਦੱਸਦਾ ਕਿ ਜਿਨ੍ਹਾਂ ਲੋਕਾਂ ਨੂੰ ਆਪਦੇ ਤੇ ਹੋਏ ਜ਼ੁਲਮ ਦਾ ਅਹਿਸਾਸ ਹੋਊਗਾ ਉਹ ਤਾਂ ਤੁਰਨਗੇ, ਲੇਕਿਨ ਜਿਨ੍ਹਾਂ ਨੇ ਧਾਰ ਲਿਆ ਕਿ ਸਾਡੇ ਨਾਲ ਜੋ ਮਰਜ਼ੀ ਹੁੰਦਾ ਜਾਵੇ, ਜੋ ਆਪਦੀਆਂ ਨਸਲਾਂ ਦੀ ਬਰਬਾਦੀ ਦਾ ਮੁੱਢ ਬੰਨਣਗੇ, ਉਹਨਾਂ ਦਾ ਅਸੀਂ ਕੁਝ ਨਹੀਂ ਕਹਿ ਸਕਦੇ। ਉਹ ਤਾਂ ਫਿਰ ਲੱਗੇ ਆਉਂਦੇ ਆਪਦੀ ਤੋਰ ਚੱਲੀ ਜਾਂਦੇ ਆਪਦੀ ਚਾਲ ਦੇ ਵਿੱਚ। ਪੰਜਾਬ ਦੀ ਸਿਆਸਤ ਜਿਹੜੀ ਹੈ, ਵੈਸੇ ਸਿਆਸਤ ਹੁੰਦੀ ਗੰਦਲੀ ਹੈ, ਪਰ ਭਾਰਤ ਦੀ ਸਿਆਸਤ ਜਿਹੜੀ ਹੈ ਬਾਕੀ ਮੁਲਕਾਂ ਨਾਲੋਂ, ਜਿੱਥੇ ਲੋਕਤੰਤਰ ਦਾ ਜਿਹੜਾ ਹੈਗਾ ਰਾਜ ਆ, ਉਹਨਾਂ ਨਾਲੋਂ ਗੰਦਲੀ ਹੈ। ਔਰ ਪੰਜਾਬ ਦੀ ਸਿਆਸਤ ਜਿਹੜੀ ਇਸ ਵਕਤ ਉਹ ਸ਼ਾਇਦ ਯੂਪੀ ਮਾਡਲ ਬਣਦੀ ਜਾ ਰਹੀ ਹੈ।
ਸੇਮ ਇਦਾਂ 'ਚ ਜਾਪਦਾ। ਅੱਜ ਤੋਂ ਹਾਲਾਂਕਿ ਮੇਰੀ ਬਹੁਤੀ ਉਮਰ ਨਹੀਂ ਗੀ, 30-32 ਸਾਲ ਆ, ਪਰ ਨਿੱਕੇ ਨਿੱਕੇ ਜਦੋਂ ਹੁੰਦੇ ਸੀਗੇ ਤਾਂ ਉਦੋਂ ਬੜੇ ਸਾਫ਼ ਜਿਹੇ ਲੋਕ ਉਮੀਦਵਾਰ ਹੁੰਦੇ ਸੀਗੇ। ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਗਲੀ ਗਲੀ ਜਾਣਾ, ਲੋਕਾਂ ਨੂੰ ਹਾਲੋ ਹਾਈ ਕਰਨੀ, ਔਰ ਲੋਕਾਂ ਨੇ ਉਹਨਾਂ ਨੂੰ ਠੀਕ ਆ ਚਾਹ ਪਾਣੀ ਪੁੱਛਣਾ, ਭਾਈ ਆ ਜਾਓ। ਔਰ ਲੋਕਾਂ ਨੇ ਝੰਡੇ ਲਾਏ ਹੋਣੇ, ਗਲੀਆਂ ਤੇ ਝੰਡੇ ਪਛਾਣੇ ਜਾਂਦੇ ਸੀ ਵੀ ਆਹ ਮਹੱਲਾ ਜੀ ਫਲਾਣੀ ਪਾਰਟੀ ਦਾ, ਇੱਧਰ ਤਾਂ ਜੀ ਅਕਾਲੀਆਂ ਦੀ ਵੋਟ ਆ, ਵੇਖੋ ਝੰਡੇ ਲੱਗੇ ਇੱਧਰ। ਇਸ ਵਾਰ ਲੋਕਾਂ ਨੇ ਝੰਡੇ ਨਹੀਂ ਲਾਏ। ਉਹ ਲੋਕ ਕੀ ਲੱਗਦਾ ਵੀ ਲੋਕ ਵੀ ਚਲਾਕ ਹੋ ਗਏ, ਜਿੱਦਾਂ ਸਿਆਸੀ ਲੋਕ ਚਲਾਕ ਹੁੰਦੇ ਸੀ। ਸਿਆਸੀ ਲੋਕ ਕੀ ਹੈ, ਜਿੱਦਾਂ 20 ਸਾਲ ਕਾਂਗਰਸ ਵੱਲੋਂ ਰਾਜ ਕਰਨ ਵਾਲੇ ਰਾਣਾ ਸੋਢੀ ਬੀਜੇਪੀ ਚਲੇ ਗਏ, ਮੈਨੂੰ ਲੱਗਦਾ ਵੀ ਲੋਕ ਵੀ ਹੁਣ ਇਸ ਤਰ੍ਹਾਂ ਦੇ ਚਲਾਕ ਹੋ ਗਏ ਜਾਂ ਸਿਆਣੇ ਹੋ ਗਏ ਆ, ਜਾਂ ਮੂੰਹੋਂ ਕਿਸੇ ਨਾਲ ਵਿਗਾੜਨਾ ਨਹੀਂ ਚਾਹੁੰਦੇ। ਇਹ ਤੁਹਾਨੂੰ ਕੀ ਅੰਦਾਜ਼ਾ ਲੱਗਿਆ? ਹਾਂ, ਇਸ ਦੇ ਕਈ ਕਾਰਨ ਨੇ ਜੀ। ਇੱਕ ਤਾਂ ਦੇਖੋ, ਜਿਵੇਂ ਤੁਸੀਂ ਗੱਲ ਕੀਤੀ ਕਿ ਪੁਰਾਣੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ, ਔਰ ਬੜੇ ਵਧੀਆ ਕੈਂਡੀਡੇਟਸ ਹੋਣੇ, ਔਰ ਲੋਕਾਂ ਨੇ ਆਪਣੀਆਂ ਵੋਟਾਂ ਪਾਉਣੀਆਂ, ਘਰ ਨੂੰ ਆ ਜਾਣਾ, ਸਰਕਾਰਾਂ ਚੁਣ ਲੈਣੀਆਂ। ਪਰ ਉਹਨਾਂ ਸਮਿਆਂ ਦੇ ਵਿੱਚ ਇਹ ਲੋਕਾਂ ਨੇ ਐਸੀ ਸੰਨ ਲਾਈ ਕਿ ਸਾਡੇ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਹੀ ਖਤਮ ਕਰ ਦਿੱਤੀ। ਪਿੰਡਾਂ ਦੇ ਵਿੱਚ ਸਾਡੀਆਂ ਉਹ ਸਾਂਝਾਂ ਹੀ ਖਤਮ ਕਰ ਦਿੱਤੀਆਂ, ਤੋੜ ਕੇ ਰੱਖ ਦਿੱਤਾ ਲੋਕਾਂ ਦੇ ਵਿੱਚ। ਅੱਜ ਗੈਂਗ ਬਣ ਗਈਆਂ, ਪਿੰਡਾਂ ਦੇ ਵਿੱਚ ਵੀ ਗਰੁੱਪ ਬਣੇ ਹੋਏ ਨੇ, ਹਨਾ। ਤਾਂ ਉਹ ਟਕਰਾਵ ਔਰ ਕੁਛ ਖੌਫ, ਇੱਕ ਦੂਜੇ ਦੇ ਭਰਾ ਦੇ ਨਾਲ ਭਰਾ ਲੜਾ ਦਿੱਤਾ, ਸ਼ਰੀਕੇ ਦੇ ਵਿੱਚ ਆਪ ਉਹ ਵਿੱਚ ਰਾਹ ਬਣਾਉਣ ਲਈ ਇੱਕ ਬੱਚਿਆਂ ਦੀ ਰਾਜਨੀਤੀ ਤੁਹਾਡੇ ਹਲਕੇ 'ਚ ਵੀ ਬਹੁਤ ਹੋਈ ਆ, ਮੈਂ ਬਹੁਤ ਰਾਜਨੀਤੀ ਹੈ ਇੱਥੇ। ਤਾਂ ਇਹੋ ਜਿਹੇ ਲੀਡਰ ਵੀ ਰਹੇ ਪਿਛਲੇ ਸਮੇਂ ਜਿਨ੍ਹਾਂ ਦਾ ਨਾਂ ਹੀ ਪਰਚਾ ਮੰਤਰੀ ਪੈ ਗਿਆ ਸੀ, ਇਹੋ ਜਿਹੇ ਸਿਆਸਤਦਾਨ ਰਹੇ। ਤੇ ਜੇ ਕਿਸੇ ਕੋਈ ਹੱਕ ਸੱਚ ਦੀ ਆਵਾਜ਼ ਚੱਕਣ ਵਾਲਾ ਆ ਗਿਆ, ਉਹਦੇ ਤੇ ਕੋਈ ਅਟੈਕ ਕਰਾ ਦਿਓ, ਉਹਤੇ ਪਰਚਾ ਕਰਾ ਦਿਓ, ਉਹਦੀ ਆਵਾਜ਼ ਨੂੰ ਦਬਾ ਦਿਓ। ਸੋ ਇਹ ਲੋਕਾਂ ਦਾ ਇੱਕ ਗੁਬਾਰ ਆ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅੱਜ ਸਾਨੂੰ ਝੰਡੇ ਨਹੀਂ ਦਿਖ ਰਹੇ ਘਰਾਂ ਦੇ ਉੱਤੇ, ਇਹ ਵਾਕਈ ਲੋਕਾਂ ਦਾ ਗੁਬਾਰ ਆ। ਹਾਂ, ਡਰ ਵੀ ਜ਼ਰੂਰ ਆ ਉਹਨਾਂ ਨੂੰ ਕਿਤੇ, ਔਰ ਡਰ ਹੁੰਦਾ ਵੀ ਹੈ। ਦੇਖੋ, ਇੰਨੇ ਵੱਡੇ ਲੋਕ ਨੇ, ਇੰਨੇ ਵੱਡੇ ਕ੍ਰਿਮੀਨਲ ਕਿਸਮ ਦੇ ਲੋਕ ਨੇ, ਕਦੀ ਕਿਸੇ ਤੇ ਵੀ ਅਟੈਕ ਕਰਵਾ ਦਿੰਦੇ ਆ, ਕਦੀ ਹਮਲਾ ਕਰਾ ਕੇ ਆਵਾਜ਼ ਦਬਾਉਂਦੇ ਆ। ਲੋਕ ਧਾਰੀ ਫਿਰਦੇ ਆ ਕਿ ਕੋਈ ਗੱਲ ਨਹੀਂ, ਔਰ ਡਰ ਇਹਨਾਂ ਨੂੰ ਵੀ ਪਿਆ ਹੈ ਕਿ ਸਾਡੇ ਝੰਡੇ ਘਰਾਂ 'ਚ ਕਿਉਂ ਨਹੀਂ ਦਿਖ ਰਹੇ। ਬੇਸ਼ੱਕ ਇਹ ਅੱਜ ਗੱਲਾਂ 'ਚ ਸਰੋਪੇ ਪਾ ਕੇ ਲੋਕਾਂ ਨੂੰ ਮੀਡੀਆ ਦੇ ਵਿੱਚ, ਅਖਬਾਰਾਂ 'ਚ ਫੋਟੋਆਂ ਲਵਾਈ ਜਾਣ, ਪਰ ਇਹ ਜਿਹੜੇ ਲੋਕ ਨੇ ਨਾ, ਇਹ ਦੱਸਣਗੇ ਜ਼ਰੂਰ। ਇਹਨਾਂ ਨੂੰ ਜਿੱਦਣ ਵੋਟਿੰਗ ਹੋਣੀ ਆ, ਉਦੋਂ ਉਮੀਦ ਹੈ ਕਿ ਇਹ ਲੋਕ ਦੱਸਣਗੇ ਕਿ ਸਾਡੇ ਉੱਤੇ ਕੀ ਜ਼ੁਲਮ ਹੋਇਆ। ਬਿਲਕੁਲ। ਤਾਂ ਇਹ ਇਸ ਵਾਰ ਜਿਹੜਾ ਪੰਜਾਬ ਦੀ ਰਾਜਨੀਤੀ 'ਚ ਇਹ ਤਾਂ ਗੱਲ ਵੱਖਰੀ ਹੈ, ਕਿਉਂਕਿ ਪਹਿਲਾਂ ਝੰਡੇ ਲੱਗੇ ਹੁੰਦੇ ਸੀਗੇ। ਲਗਭਗ 3 ਜਿਹੜੇ ਹੈਗੇ ਆ ਵਿਧਾਨ ਸਭਾ ਦੇ ਇਲੈਕਸ਼ਨਾਂ ਦੀ ਮੈਨੂੰ ਪੂਰੀ ਤਰ੍ਹਾਂ ਸੰਭਾਲ ਲਿਆ। ਹੁਣ 22 ਵਾਲੇ ਹੈਗੇ ਆ, ਅਸੀਂ ਜਿਹੜੀ 17 ਬਿਲਕੁਲ ਭਰ ਜਵਾਨੀ 'ਚ ਦੇਖੀ ਹੈ, ਜਦੋਂ ਬਰਗਾੜੀ ਬਹਿਬਲ ਕਲਾਂ ਗੋਲੀਕਾਂਡ ਹੁੰਦਾ, ਉਦੋਂ ਪੰਜਾਬ ਦੇ ਵਿੱਚ ਰਾਜਨੀਤਿਕ ਮਾਹੌਲ ਕੀ ਸੀਗਾ। 17 ਤੋਂ ਪਹਿਲਾਂ 12 ਦੀ ਗੱਲ ਕਰ ਲਈਏ, 12 ਤੋਂ ਪਹਿਲਾਂ 7 ਦੀ ਗੱਲ ਕਰ ਲਈ, ਜਦੋਂ ਬਲਾਤਕਾਰੀ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੁਆਂਗ ਰਚਣ ਦੀ ਕੋਸ਼ਿਸ਼ ਕੀਤੀ, ਉਸ ਵਕਤ ਪੰਜਾਬ ਦੇ ਵਿੱਚ ਜਿਹੜਾ ਬੜੀ ਵੱਡੀ ਹਲਚਲ ਸੀਗੀ। ਤਾਂ ਤੁਹਾਡੇ ਹਲਕੇ ਦੇ ਵਿੱਚ ਜਿਹੜਾ ਡੇਰੇ ਦਾ ਪ੍ਰਭਾਵ ਕਿਸ ਤਰ੍ਹਾਂ ਹੈਗਾ? ਕਿਉਂਕਿ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਬੜੀ ਵੱਡੀ ਜਿਹੜੀ ਹੈ ਇਹ ਰੌਲੀ ਪੈਂਦੀ ਰਹੀ ਆ ਮੀਡੀਆ ਦੇ ਵਿੱਚ ਵੀ ਇਹ ਮਾਲਵੇ ਦੇ ਵਿੱਚ ਹੀ ਡੇਰਾ ਵੋਟ ਬੈਂਕ ਬੜਾ ਤਗੜਾ, ਔਰ ਖਾਸ ਕਰਕੇ ਜਿਹੜਾ ਆ ਫਾਜ਼ਿਲਕਾ ਏਰੀਆ, ਫਿਰੋਜ਼ਪੁਰ ਏਰੀਆ, ਖਾਸ ਕਰਕੇ ਸਰਸਾ ਡੇਰਾ ਹੈਗਾ ਜਾਂ ਹੋਰ ਡੇਰੇ, ਕਹਿੰਦੇ ਵੀ ਡੇਰਿਆਂ ਦਾ ਬੜਾ ਪ੍ਰਭਾਵ ਆ। ਤੁਹਾਡੇ ਇਲਾਕੇ 'ਚ ਕਿਸ ਤਰ੍ਹਾਂ ਇਸ ਵਾਰ ਕਿੱਦਾਂ ਦੀ ਹਵਾ ਹੈਗੀ ਆ? ਕਿਉਂਕਿ ਫਾਜ਼ਿਲਕਾ ਦੇ ਜਿਹੜੇ ਹੈਗੇ ਭਾਜਪਾ ਦੇ ਲੀਡਰ, ਕੁਛ ਹੋਰ ਕਾਂਗਰਸ ਦੇ ਲੀਡਰ ਸਰਸਾ ਡੇਰਾ ਦੇ ਵਿੱਚ ਮੱਥਾ ਵੀ ਟੇਕਦੇ ਨਜ਼ਰ ਆਏ। ਬਿਲਕੁਲ, ਡੇਰਾ ਵੋਟ ਇੱਥੇ ਹੈ, ਇਸ ਏਰੀਏ ਦੇ ਵਿੱਚ ਕਾਫੀ ਹੈ। ਲੇਕਿਨ ਉਹਦਾ ਦੇਖੋ ਪ੍ਰਭਾਵ ਰਾਜਨੀਤੀ ਤੇ ਪੈਂਦਾ ਵਾ। ਪਰ ਦੇਖੋ, ਜੋ ਦੋਸ਼ੀ ਹੈ ਉਹ ਦੋਸ਼ੀ ਹੈ। ਅਸੀਂ ਕਿਸੇ ਧਰਮ, ਕਿਸੇ ਮਜ਼ਹਬ ਦੇ ਖਿਲਾਫ ਨਹੀਂ, ਲੇਕਿਨ ਜੇ ਕੋਈ ਜ਼ੁਰਮ ਕਰਦਾ ਹੈ, ਇੱਥੇ KPS ਗਿੱਲ ਸਿੱਖ ਸੀ, ਉਹਨੇ ਜੁਰਮ ਕੀਤਾ ਤਾਂ ਅੱਜ ਸਿੱਖ ਕੌਮ ਨੂੰ ਬੁੱਚੜ ਦਾ ਦਰਜਾ ਦਿੰਦੀ ਆ। ਅਸੀਂ ਨਹੀਂ ਦੇਖਿਆ ਕਿ ਉਹ ਕਿਸ ਧਰਮ ਦਾ, ਕਿਸ ਜਾਤ ਦਾ। ਜੇ ਰਾਮ ਰਹੀਮ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੋਲਿਆ ਤਾਂ ਅਸੀਂ ਉਹਦੇ ਵਿਰੁੱਧ ਆ, ਔਰ ਇਹ ਸਾਡਾ ਹੱਕ ਵੀ ਬਣਦਾ ਹੈ, ਕਿਉਂਕਿ ਸਾਡੇ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋਇਆ ਹੈ ਕਿ ਕੋਈ ਸਿੱਖ ਉਹਦੇ ਨਾਲ ਕੋਈ ਰਾਬਤਾ ਨਾ ਰੱਖੇ, ਡੇਰੇ 'ਚ ਨਹੀਂ ਜਾਊਗਾ ਕੋਈ ਪੋਲੀਟੀਸ਼ੀਅਨ। ਔਰ ਅਸੀਂ ਅੱਜ ਵੀ ਨਹੀਂ ਜਾਂਦੇ। ਬੇਸ਼ੱਕ ਇੱਥੇ ਵੋਟ ਬਹੁਤ ਹੈ ਡੇਰਾਵਾਦੀ, ਔਰ ਉਹ ਸਮੇਂ-ਸਮੇਂ ਤੇ ਹੁਣ ਵੀ ਉਹ ਵੱਡੇ ਇਕੱਠ ਕਰਕੇ ਲੀਡਰਾਂ ਨੂੰ ਇੱਕ ਲਾਲਚ, ਇਹੀ ਫਰਕ ਆ ਮਾਨ ਦਲ ਦੀ ਪੰਥਕ ਸਿਆਸਤ 'ਚ ਬਾਕੀਆਂ ਦੀ ਪੰਥਕ। ਬਿਲਕੁਲ ਇਹ ਰਹੂਗਾ, ਕਿਉਂਕਿ ਵੋਟਾਂ ਨਹੀਂ, ਵੋਟਾਂ ਹਰ ਚੀਜ਼ ਵੋਟ ਹੀ ਨਹੀਂ ਹੁੰਦੀ, ਤੁਹਾਡੇ ਸਿਧਾਂਤ ਵੀ ਹੁੰਦੇ ਆ। ਮਾਨ ਸਾਹਿਬ ਸਾਨੂੰ ਅਕਸਰ ਕਹਿੰਦੇ ਆ, ਅਸੀਂ ਬੜੀ ਵਾਰੀ ਮਾਨ ਸਾਹਿਬ ਨਾਲ ਗੱਲ ਕਰਦੇ, ਮਾਨ ਸਾਹਿਬ ਵੀ ਜਿਵੇਂ ਆਪਾਂ ਆਪਣੇ ਅੱਜ ਵੀ ਉਹੀ ਚੱਲੀ ਜਾ ਰਹੇ ਹਾਂ, ਰਾਜਨੀਤੀ ਬਹੁਤ ਬਦਲ ਗਈ, ਆਪਾਂ ਕਿਵੇਂ ਇੱਕੋ ਹੀ ਸਟੈਂਡ ਤੇ ਲੋਕ ਆਪਾਂ ਨੂੰ ਪਸੰਦ ਨਹੀਂ ਕਰ ਰਹੇ। ਪ੍ਰਧਾਨ ਸਾਹਿਬ ਕਹਿੰਦੇ ਹੁੰਦੇ ਆ ਕਿ ਆਪਦਾ ਬੂਟਾ ਲਾ ਕੇ ਰੱਖੋ, ਛਾਵੇਂ ਬਹਿਣਾ ਨਾ ਬਹਿਣਾ ਉਹ ਲੋਕਾਂ ਦੀ ਮਰਜ਼ੀ ਆ, ਕਿਸੇ ਦਿਨ ਇਹ ਲੋਕ ਤੁਹਾਡੇ ਛਾਵੇਂ ਆ ਕੇ ਬੈਠਣਗੇ। ਸੋ ਉਹ ਬੂਟਾ ਲਾ ਕੇ ਰੱਖੀਏ। ਠੀਕ ਹੈ ਕਿ ਜਿਹੜੇ ਲੋਕਾਂ ਨੇ ਜੁਰਮ ਕੀਤਾ ਹੈ, ਚਾਹੇ ਅੱਜ ਉਹ ਬਲਾਤਕਾਰ ਦੇ ਕੇਸਾਂ ਦੇ ਵਿੱਚ ਅੰਦਰ ਨੇ, ਉਹ ਲੋਕ ਉਹ ਕਤਲਾਂ ਦੇ ਇਲਜ਼ਾਮਾਂ ਦੇ ਵਿੱਚ ਅੰਦਰ ਨੇ, ਹਨਾ। ਕਿਉਂ ਅਸੀਂ ਉੱਥੇ ਜਾਈਏ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੋਲ ਦਿੱਤਾ? ਸਾਡੇ ਤੋਂ ਗੁਰੂ ਸਾਹਿਬ ਤੋਂ ਉੱਪਰ ਕੀ ਆ? ਇਹ ਵੋਟਾਂ ਸਦਾ ਨਹੀਂ ਇਸ ਤਰ੍ਹਾਂ ਰਹਿਣੀਆਂ, ਹਰ ਇੱਕ ਦਾ ਸਮਾਂ ਹੁੰਦਾ ਹੈ। ਜਦੋਂ ਇਹੋ ਜਿਹੇ ਕ੍ਰਿਮੀਨਲ ਲੋਕ ਜਦੋਂ ਨੰਗੇ ਹੋ ਜਾਣਗੇ, ਫਿਰ ਉਹੀ ਲੋਕ ਜਦੋਂ ਉਹਨਾਂ ਨੂੰ ਅਹਿਸਾਸ ਹੋਊਗਾ, ਉਹ ਆਪਣੇ ਆਪ ਤੁਹਾਡੇ ਕੋਲ ਆ ਜਾਣਗੇ। ਪਰ ਤੁਸੀਂ ਖੜੇ ਤਾਂ ਰਹੋ। ਅੱਜ ਤਾਂ ਇਖਲਾਕ ਤੋਂ ਇੰਨੇ ਲੀਡਰ ਥੱਲੇ ਡਿੱਗ ਗਏ ਕਿ ਥੋੜਾ ਜਿਹਾ ਇਕੱਠ ਦੇਖਿਆ, ਉਹਨਾਂ ਨੇ ਇਹ ਨਹੀਂ ਦੇਖਣਾ ਕਿ ਉਹਦਾ ਜੁਰਮ ਕੀ ਆ, ਉਹ ਇਨਸਾਨ ਕੀ ਆ, ਉਹਨੇ ਗੁਨਾਹ ਕੀ ਕੀਤਾ, ਜਾ ਕੇ ਉਹਦੇ
ਚਰਨਾਂ 'ਚ ਬੈਠ ਜਾਂਦੇ ਆ। ਔਰ ਸ਼ਰਮ ਦੀ ਗੱਲ ਹੈ ਕਿ ਵੱਡੇ ਵੱਡੇ ਅਕਾਲੀ ਕਹਾਉਂਦੇ, ਪੰਥਕ ਲੋਕ ਆਉਂਦੇ, ਸਿੱਖ ਹੋ ਕੇ ਬੈਠੇ ਆ। ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਸਾਨੂੰ ਜਿਹੜਾ ਖ਼ਤਮ ਕਰ ਰਹੀਆਂ ਨੇ ਸਾਡੇ ਸਿਧਾਂਤਾਂ ਤੋਂ, ਔਰ ਸਾਡੀ ਜਿਹੜੀ ਅਗਲੀਆਂ ਨਸਲਾਂ ਨੇ, ਅਸੀਂ ਉਹਨਾਂ ਲਈ ਕੀ ਮੈਸੇਜ ਦੇ ਕੇ ਜਾ ਰਹੇ ਹਾਂ, ਵੀ ਉਹਨਾਂ ਨੂੰ ਕੀ ਸੁਨੇਹਾ ਦੇ ਕੇ ਜਾ ਰਹੇ ਹਾਂ, ਇਹ ਵੀ ਪ੍ਰਭਾਵ ਪਾਉਂਦੀ ਹੈ। ਬਿਲਕੁਲ ਬਿਲਕੁਲ, ਇਹ ਗੱਲ ਜਿਹੜੀ ਬੜੀ ਅਹਿਮ ਹੈ। ਜਤਿੰਦਰ ਸਿੰਘ ਥਿੰਦ ਜਿਹੜੇ ਨੌਜਵਾਨ ਉਮੀਦਵਾਰ ਨੇ ਹਲਕਾ ਗੁਰੂ ਹਰ ਸਹਾਏ ਤੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ, ਤਾਂ ਮਾਨ ਸਾਹਿਬ ਨੇ ਸਟੈਂਡ ਨਹੀਂ ਛੱਡਿਆ। ਬਿਲਕੁਲ ਇਹ ਗੱਲ ਬੜੀ ਕਾਇਮ ਹੈ। ਤਾਂ ਜਦੋਂ ਅਸੀਂ ਬਾਕੀ ਸਿਆਸੀ ਪਾਰਟੀਆਂ ਵੱਲ ਦੇਖਦੇ ਆ, ਉਹਨਾਂ ਦੇ ਝੰਡਿਆਂ ਦੇ ਰੰਗ ਬਦਲਦੇ ਦੇਖਦੇ ਆ, ਉਹਨਾਂ ਦੀਆਂ ਪੱਗਾਂ ਦੇ ਰੰਗ ਬਦਲਦੇ ਦੇਖਦੇ ਆ, ਤਾਂ ਉਦੋਂ ਹੈਰਾਨਗੀ ਹੁੰਦੀ ਆ ਵੀ ਇਹ ਕਿਸ ਤਰ੍ਹਾਂ ਦੇ ਇਨਸਾਨ ਵੀ ਪੰਜਾਬ ਦੇ ਵਿੱਚ ਹੈਗੇ ਆ। ਪਿਛਲੇ ਦਿਨੀ ਟੌੜਾ ਪਰਿਵਾਰ, ਗੁਰਚਰਨ ਸਿੰਘ ਟੌੜਾ ਦੀ ਬੜੀ ਵੱਡੀ ਜਿਹੜੀ ਹੈ ਉਹ ਸ਼ਖਸੀਅਤ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ, ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਬੜਾ ਵੱਡਾ ਰੁਤਬਾ ਰਿਹਾ, ਔਰ ਉਹਨਾਂ ਦਾ ਪਰਿਵਾਰ ਜਿਹੜਾ ਸੰਘੀਆਂ ਦੀ ਉਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ, ਜਿੰਦੀ ਵਜ੍ਹਾ ਕਰਕੇ ਜਿਹੜਾ ਹੈਗਾ 1000 ਦੇ ਕਰੀਬ ਕਿਸਾਨਾਂ ਦੀ ਜਿਹੜੀ ਉਹ ਕੁਰਬਾਨੀ ਹੋਈ ਹੈ। ਖੇਤੀ ਕਾਨੂੰਨ ਬਣਾ ਕੇ ਪੰਜਾਬ ਦਾ ਕਿਸ ਤਰ੍ਹਾਂ ਭਲਾ ਬੀਜੇਪੀ ਕਰਨਾ ਚਾਹੁੰਦੀ ਸੀ ਸਾਨੂੰ ਪਤਾ ਹੈਗਾ, ਲੋਕਾਂ ਨੇ ਜਿਹੜਾ ਨਹੀਂ ਪ੍ਰਵਾਨ ਕੀਤਾ। ਤਾਂ ਪੰਜਾਬ ਦੇ ਵਿੱਚ ਸਿਆਸੀ ਲੋਕਾਂ ਦੇ ਕਿਰਦਾਰ ਕੀ ਹੈ, ਪੰਜਾਬ ਦੇ ਵਿੱਚ ਹਾਲਾਂਕਿ ਪੂਰੇ ਭਾਰਤ ਦੇ ਵਿੱਚ ਕੀ ਹੈਗੇ ਆ, ਤਾਂ ਅਸੀਂ ਪੰਜਾਬ ਦੇ ਪੰਥਕ ਰਾਜਨੀਤੀ ਦੀ ਗੱਲ ਖਾਸ ਕਰਕੇ ਕਰ ਰਹੇ ਹਾਂ। ਪੰਜਾਬ ਦੀ ਪਹਿਚਾਣ ਸਿੱਖੀ ਕਰਕੇ ਹੈ। ਸਿੱਖ ਵੋਟ ਬੈਂਕ ਜਿਹੜਾ ਹੈਗਾ ਉਹ ਲਗਾਤਾਰ ਪਿਛਲੇ ਲੰਬੇ ਇਤਿਹਾਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਹੜਾ ਹੈਗਾ ਉਹ ਆਪਣਾ ਫਤਵਾ ਦਿੰਦਾ ਰਿਹਾ, ਉਹਨਾਂ ਦੇ ਹੱਕ 'ਚ ਦਿੰਦਾ ਰਿਹਾ, ਚਾਹੇ ਉਹਨਾਂ ਕੋਲ ਸੀਟਾਂ ਆਉਣ ਜਾਂ ਨਾ ਆਉਣ, ਪਰ ਵੋਟ ਪਰਸੈਂਟੇਜ ਹੈ ਜਿਹੜੀ ਕਦੇ 10 ਲੱਖ ਹੋਣੀ, ਕਦੇ 20 ਲੱਖ ਹੋਣੀ, ਕਦੇ 50 ਲੱਖ ਹੋਣੀ, ਕਦੇ 32 ਲੱਖ ਹੋਣੀ। ਉਹ ਤੋਂ ਸਪਸ਼ਟ ਹੁੰਦਾ ਹੈ ਵੀ ਪੰਜਾਬ ਦੇ ਸਿੱਖ ਜਿਹੜੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਹੜਾ ਉਹ ਪਿਆਰ ਕਰਦੇ ਆ, ਉਹਦੀ ਹਮਾਇਤ ਕਰਦੇ ਆ। ਤਾਂ ਥਿੰਦ ਸਾਹਿਬ, ਇੱਕ ਮੈਂ ਜਾਂਦੇ ਜਾਂਦੇ ਫੇਰ ਮੁੜ ਤੋਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਪਹਿਲਾਂ ਤੁਸੀਂ ਕਿਤੇ ਇਲੈਕਸ਼ਨ ਲੜੇ ਆ, ਔਰ ਇਲੈਕਸ਼ਨ ਵਾਲਾ ਕੰਮ ਜਿਹੜੀ ਸੋਚਦੇ ਆ ਵੀ ਯਾਰ ਬੰਦਾ ਹੁਣ ਜਿੱਦਾਂ ਇੱਕ ਦੋ ਵਾਰੀ ਪਹਿਲਾਂ ਤੁਹਾਨੂੰ ਮਿਲੇ, ਮੈਂ ਕਿਹਾ ਕੰਮ ਤਾਂ ਕੁੱਤਾ ਜਿਹਾ ਬੰਦਾ ਕਿੱਧਰ ਉਤਰ ਗਿਆ, ਤੁਹਾਨੂੰ ਕਿਵੇਂ ਲੱਗਦਾ ਪਹਿਲਾਂ ਇਲੈਕਸ਼ਨ ਲੜੇ ਹੈਗੇ ਤੁਸੀਂ? ਹਾਂਜੀ, ਮੈਂ 2019 ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਇੱਥੋਂ ਹੀ ਫਿਰੋਜ਼ਪੁਰ ਤੋਂ ਹੀ ਲੜਿਆ ਸੀ। ਉਦੋਂ ਕੋਈ 10 ਕੁ ਦਿਨ ਦਾ ਪ੍ਰਚਾਰ ਕਰਨ ਦਾ ਸਮਾਂ ਮਿਲਿਆ ਸੀ ਤੇ ਉੱਥੇ ਆਇਆ। ਔਰ ਲੇਕਿਨ ਲੋਕਾਂ ਨੇ ਦੇਖੋ ਜਿੱਥੇ ਗੱਲ ਰੱਖੀ ਸੀ, ਜਿਨ੍ਹਾਂ ਲੋਕਾਂ ਕੋਲ ਪਹੁੰਚ ਹੋ ਸਕੀ ਸੀ, ਉਹਨਾਂ ਲੋਕਾਂ ਨੇ ਬਹੁਤ ਵਧੀਆ ਸਾਡੀ ਹਮਾਇਤ ਵੀ ਕੀਤੀ ਔਰ ਸਾਨੂੰ ਵੋਟਾਂ ਨਾਲ ਨਵਾਜਿਆ। ਤਾਂ ਇੱਕ ਹੌਸਲਾ ਹੋ ਜਾਂਦਾ ਹੈ ਕਿ ਠੀਕ ਹੈ ਕਿ ਜੇ ਅਸੀਂ ਆਪਣੀ ਗੱਲ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ, ਲੋਕ ਉਹਨੂੰ ਸਮਝ ਰਹੇ ਆ, ਤਾਂ ਇਸ ਦਾ ਮਤਲਬ ਸਾਨੂੰ ਉਤਰਨਾ ਚਾਹੀਦਾ ਹੈ। ਕਿਉਂਕਿ ਜੇ ਸਾਡੀ ਕੋਸ਼ਿਸ਼ ਨਾਲ ਕੁਝ ਚੇਂਜ ਆ ਸਕਦੀ ਆ ਤਾਂ ਕੋਸ਼ਿਸ਼ ਕਰਦੇ ਰਹੋ। ਤਾਂ ਫਿਰ ਕਈ ਵਾਰ ਡਰ ਵੀ ਆਉਂਦਾ ਕਿ ਯਾਰ ਵੀ ਐਸੀ ਕੁੱਤੀ ਜੀ ਖੇਡ ਆ, ਵੀ ਕਿੱਧਰ ਚਲੇ ਗਏ, ਕਿਉਂ ਨਾ ਆਪਦੀ ਲਾਈਫ ਜੀ ਲਈਏ। ਪਰ ਪਤਾ ਨਹੀਂ ਕੀ ਇੱਕ ਕੋਈ ਪਰਮਾਤਮਾ ਦੀ ਕੋਈ ਇਹੋ ਜਿਹੀ ਉਹ ਚੀਕਾਂ ਨੇ, ਇਹੋ ਜਿਹਾ ਵਿੱਚ ਖੂਨ ਦੇ ਆ ਕਿ ਉਹ ਫਿਰ ਤੋਰਦਾ ਕਿ ਨਹੀਂ ਉੱਠ ਯਾਰ। ਕਿੰਨੀਆਂ ਵੋਟਾਂ ਮਿਲ ਗਈਆਂ ਸੀ 2019 ਦੇ ਲੋਕ ਸਭਾ 'ਚ? ਮੈਨੂੰ 10 ਦਿਨ ਦਾ ਪ੍ਰਚਾਰ ਦਾ ਸਮਾਂ ਮਿਲਿਆ ਸੀ ਔਰ 7800 ਦੇ ਕਰੀਬ ਕੁਝ ਵੋਟ ਮਿਲ ਗਈ ਸੀ। ਤਾਂ ਬੱਲੇ ਬੱਲੇ ਆ, 8000 ਵੋਟ ਵੀ ਚੰਗੀ। ਸਿਆਸੀ ਪਿਛੋਕੜ ਨਹੀਂ ਹੈ, ਔਰ ਨਾ ਹੀ ਮੈਂ ਕਦੀ ਚੋਣ ਲੜਿਆ, ਨਾ ਮੇਰੇ ਖਾਨਦਾਨ ਚੋਂ ਕੋਈ ਸਿਆਸਤ ਦੇ ਵਿੱਚ ਆਇਆ, ਔਰ ਨਾ ਮੇਰੀ ਕੋਈ ਪਛਾਣ ਸੀ। ਇੱਕ ਆਮ ਜਿਹਾ ਨੌਜਵਾਨ ਸਕੂਲ ਕਾਲਜ ਚੋਂ ਪੜ੍ਹਦਾ ਹੋਇਆ, ਬਸ ਇੱਕ ਪਾਸੇ ਇਹਨਾਂ ਬੀਜੇਪੀ ਦੇ ਨਾਲ ਵੀ ਸਾਂਝਾਂ ਰਹੀਆਂ ਸੀ ਕਿਸੇ ਸਮੇਂ। ਹਰਿਆਣੇ ਦੇ ਵਿੱਚ ਪੰਚਕੂਲਾ ਵਿੱਚ ਚੰਗੇ ਕਾਰੋਬਾਰ ਵੀ ਚਲਾਏ, ਲੇਕਿਨ ਉਦੋਂ ਇਹਨਾਂ ਚੀਜ਼ਾਂ ਤੋਂ ਬਹੁਤ ਅਣਜਾਣ ਸੀ। ਇੱਕ ਉਹ ਕਹਿ ਲਓ ਮੰਡੀਰ ਮੱਤ ਦੇ ਵਿੱਚ MLA ਦੇ ਚੜ੍ਹ ਗਿਆ, ਅੜਿੱਕੇ ਵਰਤਿਆ ਉਹਨਾਂ ਨੇ, ਵੋਟਾਂ ਦੇ ਵਿੱਚ ਜੁਰਮ ਵੀ ਕਰਾਉਣ ਦੀ ਕੋਸ਼ਿਸ਼ ਕੀਤੀ, ਆਪਦੇ ਲਈ ਸਾਨੂੰ ਯੂਜ਼ ਵੀ ਕੀਤਾ। ਲੇਕਿਨ ਇੱਕ ਪੰਥਕ ਚਿੰਨ੍ਹ ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚ ਸੀ। ਮੇਰੇ ਮਦਰ ਫਾਦਰ ਦੋਨੋਂ ਗੁਰੂ ਘਰ ਨਾਲ ਬਹੁਤ ਜੁੜੇ ਹੋਏ ਸੀ, ਤਾਂ ਮੇਰੀ ਸੰਤਾਂ ਪ੍ਰਤੀ ਸੋਚ ਸ਼ੁਰੂ ਤੋਂ ਹੀ ਇੱਦਾਂ ਰਹੀ ਸੀ। ਤਾਂ ਮੇਰੀ ਗੱਡੀ ਹੁੰਦੀ ਸੀ, ਗੱਡੀ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਣੀ। ਤਾਂ ਇੱਕ ਦਿਨ ਇਸ ਤਰ੍ਹਾਂ ਹੀ ਬੈਠੇ ਬੈਠੇ ਭਾਜਪਾ ਵਾਲਿਆਂ ਦੇ ਨਾਲ ਇੱਕ ਤਕਰਾਰ ਹੋ ਗਿਆ ਉੱਥੇ। ਤੁਸੀਂ ਭਾਜਪਾ 'ਚ ਰਹੇ ਹੋ ਪਹਿਲਾਂ? ਹਾਂ, ਮੈਂ ਪੰਚਕੂਲਾ BJP ਦੇ MLA ਗਿਆਨਚੰਦ ਗੁਪਤਾ ਨੇ, ਅੱਜ ਵਿਧਾਨ ਸਭਾ ਦੇ ਸਪੀਕਰ ਨੇ ਉੱਥੇ, ਉਹਨਾਂ ਨੂੰ ਸਥਾਪਿਤ ਕਰਨ ਵਾਲੇ ਅਸੀਂ ਲੋਕ ਸੀ ਪੰਚਕੂਲਾ ਦੇ ਵਿੱਚ। ਅੱਜ ਉੱਥੇ ਦੋ ਪਹਿਲਾਂ ਵਿਧਾਇਕ ਰਹੇ, ਹੁਣ ਉਹ ਉੱਥੋਂ ਦੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ। ਉਹਨਾਂ ਨਾਲ ਕਾਫੀ ਸਾਡੇ ਨੇੜੇ ਦੇ ਸੰਬੰਧ ਸੀ, ਉਹਨਾਂ ਦੇ ਬੱਚੇ ਅਸੀਂ ਸਾਰੇ ਇਕੱਠੇ ਪੜ੍ਹੇ ਹੋਏ ਹਾਂ ਔਰ ਉੱਥੇ ਰਹੀ ਸੀ। ਲੇਕਿਨ ਉੱਥੇ RSS ਦੇ ਕੁਝ ਬੰਦਿਆਂ ਨੇ ਆ ਕੇ ਮੈਨੂੰ ਜਿਹੜਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਮੇਰੀ ਸੋਚ ਦੇ ਉੱਤੇ ਅਟੈਕ ਕੀਤਾ। ਉਹ ਬੈਠੇ ਬੈਠੇ ਅਚਾਨਕ ਇੱਕ ਤਕਰਾਰ ਹੋ ਗਈ ਸਾਡੇ ਸਿਧਾਂਤਾਂ ਨੂੰ ਲੈ ਕੇ। ਉਹਨਾਂ ਦੀ ਆਈਡੀਓਲੋਜੀ ਇੰਨੀ ਮਾੜੀ ਹੈ ਕਿ ਉਹ ਹੀ ਨਹੀਂ ਚਾਹੁੰਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਸਿਰ 'ਤੇ ਪੱਗ ਹੈ ਜਾਂ ਅਸੀਂ ਕਿਵੇਂ ਆ। ਉਹਨਾਂ ਨੂੰ ਫਰਕ ਹੈ ਕਿ ਉਹ ਕਹਿੰਦੇ ਕਿ ਤੁਸੀਂ ਇਹ ਮੰਨੋ ਕਿ ਤੁਸੀਂ ਹਿੰਦੂਆਂ ਦਾ ਅੰਗ ਹੋ। ਬਸ ਉੱਥੋਂ ਹੀ ਇੱਕ ਤਕਰਾਰ ਸ਼ੁਰੂ ਹੋ ਗਈ ਤੇ ਉਹ ਤਕਰਾਰ ਕਿਤੇ ਨਾ ਕਿਤੇ ਵੱਧਦੀ ਐਸੀ ਵਧੀ ਕਿ ਉਹਨਾਂ ਲੋਕਾਂ ਨੇ ਫਿਰ ਮੈਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ, ਮੇਰੇ ਤੇ ਹਮਲੇ ਵੀ ਕਰਾਏ। ਤਾਂ ਬਹੁਤ ਕੁਝ ਹੋਇਆ, ਬਹੁਤ ਮਤਲਬ ਮਹਾਰਾਜ ਦੀ ਕਿਰਪਾ ਰਹੀ ਕਿ ਮੈਂ ਉੱਥੋਂ ਬਚ ਕੇ ਨਿਕਲ ਆਇਆ। ਇੱਕਦਮ ਮੇਰੇ ਸਾਰੀ ਜ਼ਿੰਦਗੀ ਚੇਂਜ ਹੋ ਗਈ। ਜ਼ਿੰਦਗੀ ਐਸੀ ਚੇਂਜ ਹੋਈ ਕਿ ਮੈਂ ਧਾਰਮਿਕ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਆਪਣੇ ਇਤਿਹਾਸ ਨੂੰ
ਪੜ੍ਹਨਾ ਸ਼ੁਰੂ ਕੀਤਾ, ਫਿਰ ਮੈਂ ਜਾਣਿਆ ਔਰ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਐਸੇ ਮਾੜੇ ਲੋਕਾਂ ਦੇ ਵਿੱਚ ਰਹਿੰਦਾ ਰਿਹਾ ਔਰ ਅੱਜ ਵੀ ਬਹੁਤ ਜ਼ੋਰ ਪਾਉਂਦੇ ਆ ਕਿ ਵਾਪਸ ਆ ਜਾ, ਸਾਰਾ ਕੁਝ ਦੇ ਦਾਂਗੇ, ਜਿਵੇਂ ਹੰਸਰਾਜ ਨੂੰ MP ਬਣਾਇਆ ਤੈਨੂੰ ਬਣਾ ਦਾਂਗੇ, ਤੇ ਇਦਾਂ ਦੇ ਲਾਲਚ ਵੀ ਦਿੰਦੇ ਆ। ਪਰ ਨਹੀਂ, ਮੈਂ ਮਨਾ ਕਰ ਦਿੱਤਾ ਕਿ ਮੈਂ ਬਿਲਕੁਲ ਤੁਹਾਡੇ ਵਿੱਚ ਬੈਠ ਹੀ ਨਹੀਂ ਸਕਦਾ। ਕੋਈ ਗੱਲ ਨਹੀਂ, ਜਿੱਥੇ ਹੈਗਾ ਮਹਾਰਾਜ ਨੇ ਵਧੀਆ ਜ਼ਿੰਦਗੀ ਦਿੱਤੀ ਹੈ, ਖਾਣੇ ਪੀਣੇ ਆ, ਸਭ ਕੁਝ ਹੈਗਾ। ਤਾਂ ਇਹ ਜ਼ਰੂਰ ਹੈ ਕਿ ਮਹਾਰਾਜ ਨੇ ਬਲ ਦਿੱਤਾ ਹੋਇਆ। ਤੁਸੀਂ ਕਹਿੰਦੇ ਹੋ ਵੀ ਵਿਚਰਦੇ ਕਿਵੇਂ ਹੋ, ਕੁੱਤੀ ਜੀ ਖੇਡ ਆ ਰਾਜਨੀਤੀ, ਹੈ ਨਾ, ਪਰ ਮਹਾਰਾਜ ਨੇ ਬਲ ਦਿੱਤਾ ਹੈ। ਇੱਕ ਸਾਹਸ ਹੈ ਕਿ ਯਾਰ ਜੇ ਕੁਛ ਕਿਸੇ ਦਾ ਭਲਾ ਹੋ ਸਕਦਾ, ਸਾਡੀ ਨੌਜਵਾਨੀ ਬਚ ਸਕਦੀ, ਅਸੀਂ ਲੋਕਾਂ ਨੂੰ ਜਗਾ ਸਕਦੇ ਹਾਂ, ਤਾਂ ਸੇਵਾ ਸਮਝ ਕੇ ਚੱਲੀ ਚੱਲੋ, ਤੇ ਕਿਰਤ ਕਮਾਈ ਦੇ ਵਿੱਚੋਂ ਲੱਗੇ ਹੋਏ ਆ। ਬਿਲਕੁਲ ਬਿਲਕੁਲ। ਤਾਂ ਇਹ ਨੇ ਜਤਿੰਦਰ ਸਿੰਘ ਥਿੰਦ, ਹਲਕਾ ਗੁਰੂ ਹਰ ਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਉਮੀਦਵਾਰ ਆ। ਪਿਛੋਕੜ ਕਹਿੰਦੇ ਵੀ ਸਾਡਾ ਭਾਜਪਾ ਵਾਲਾ ਰਿਹਾ, ਔਰ ਇਹ ਵੀ ਬੜੀ ਖਾਸ ਗੱਲ ਹੈ। ਮਾਨ ਦਲ ਨੇ ਭਾਜਪਾ ਦਾ ਜਿਹੜਾ ਹੈਗਾ ਉਹ ਨੌਜਵਾਨ ਥੰਮ ਲਿਆ ਕੇ ਆਪਣੀ ਪਾਰਟੀ ਸ਼ਾਮਲ ਕੀਤਾ ਔਰ ਉਹਨੂੰ ਇਲੈਕਸ਼ਨ ਲੜਾ ਰਹੇ ਹੈਗੇ ਆ। ਤਾਂ ਹਲਕਾ ਗੁਰੂ ਹਰ ਸਹਾਏ ਦੇ ਜਿਹੜੇ ਵੋਟਰ ਹੈਗੇ, ਹਲਕਾ ਗੁਰੂ ਹਰ ਸਹਾਏ ਦੇ ਲੋਕ ਹੈ, ਉਹ ਕੀ ਜਤਿੰਦਰ ਸਿੰਘ ਥਿੰਦ ਨੂੰ ਆਪਣਾ ਜਿਹੜਾ ਹੈਗਾ ਕਿੰਨਾ ਕੁ ਮਾਣ ਸਨਮਾਨ, ਕਿੰਨਾ ਕੁ ਪਿਆਰ ਬਖਸ਼ਣਗੇ, ਤੇ 10 ਮਾਰਚ ਨੂੰ ਪਤਾ ਲੱਗੇਗਾ। ਪਰ ਇੱਕ ਗੱਲ ਸਪਸ਼ਟ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਆ ਉਹ ਲਗਾਤਾਰ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਕੇ ਸਿੱਖ ਜਿਹੜਾ ਕਿ ਰਿਵਾਇਤਾਂ ਅਨੁਸਾਰ ਆਪਣੀ ਜਿਹੜੀ ਹੈਗੀ ਪਾਰਟੀ ਦਾ ਢਾਂਚਾ ਲਗਾਤਾਰ ਜਿਹੜਾ ਰੱਖ ਕੇ ਉਹ ਘੱਟੋ ਘੱਟ ਆਪਣੇ ਸਟੈਂਡ 'ਤੇ ਕਾਇਮ ਜ਼ਰੂਰ ਹੈ। ਤਾਂ ਪੰਜਾਬ ਦੇ ਸਿੱਖ ਇਸ ਸਟੈਂਡ ਦੀ ਕਿੰਨੀ ਕਦਰ ਕਰਦੇ ਹੈਗੇ ਆ, ਪੰਜਾਬ ਦੇ ਸਿੱਖ ਉਹਨਾਂ ਨੂੰ ਕੀ ਇਸ ਸਟੈਂਡ ਦੀ ਕਦਰ ਕਰਨੀ ਚਾਹੀਦੀ ਹੈ, ਜਾਂ ਲਗਾਤਾਰ ਜਦੋਂ ਬੇਅਦਬੀ ਵਰਗੀਆਂ ਘਟਨਾਵਾਂ ਹੁੰਦੀਆਂ ਨੇ, ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਹੈਗੀ ਹੈ, ਤਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਗੈਰ ਜਿਹੜਾ ਹੈਗਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਜਿਹੜੇ ਜਦੋਂ ਕਾਰਵਾਈਆਂ ਹੁੰਦੀਆਂ ਨੇ, ਉਦੋਂ ਕਹਿੰਦੇ ਵੀ ਨਹੀਂ ਸਰਕਾਰ ਜਿਹੜੀ ਹੈ ਉਹ ਮਾੜੀ ਹੈ ਜੀ, ਮਾੜੀਆਂ ਸਰਕਾਰਾਂ ਚੁਣ ਲਈਆਂ ਭਾਈ, ਉਦੋਂ ਕਹਿੰਦੇ ਆ। ਤਾਂ ਚੰਗੀਆਂ ਸਰਕਾਰਾਂ ਕਿਉਂ ਨਹੀਂ ਚੁਣਦੇ? ਉੱਤਰ ਕਾਟੋ ਮੈਂ ਚੜਾਂ ਵਾਲੇ ਬਹੁਤ ਨੇ, ਉਹ ਕਹਿੰਦਾ 5 ਸਾਲ ਤੂੰ ਕਰ ਲਿਆ, ਹੁਣ ਮੈਂ ਆ ਗਿਆ, ਤੂੰ ਕਰ ਲਿਆ, ਮੈਂ ਆ ਗਿਆ। ਨੀਲੀਆਂ ਚਿੱਟੀਆਂ ਵਾਲੇ ਬਹੁਤ ਆ ਗਏ। ਤਾਂ ਕੀ ਉਹ ਸ਼ਖਸੀਅਤ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਇੱਕ ਬੜਾ ਵੱਡਾ ਉੱਚ ਅਹੁਦਾ ਭਾਰਤੀ ਫੌਜ ਦਾ ਤਿਆਗ ਕੇ ਪੰਥ ਦੀ ਸੇਵਾ ਪ੍ਰਵਾਨ ਕੀਤੀ, ਤਸ਼ੱਦਦ ਚੱਲਿਆ, 9 ਖਿੱਚੇ ਸੀ ਉਹਨਾਂ ਦੇ, ਇਹ ਜਿਹੜੇ ਪੈਰਾਂ ਦੇ 9 ਆ ਨਾ, ਤਸ਼ੱਦਦ ਦੌਰਾਨ ਖਿੱਚ ਲਏ ਗਏ ਸੀ। ਕਈ ਸਾਲ ਜਿਹੜਾ ਉਹਨਾਂ ਦੇ 9 ਨਹੀਂ ਸੀ ਆਏ ਜਦੋਂ ਪ੍ਰਚਾਰ ਕਰਦੇ ਸੀਗੇ। ਉਹਨਾਂ ਜੇਲ੍ਹਾਂ ਦੇ ਵਿੱਚ ਰਹੇ ਜਿਨ੍ਹਾਂ ਦੇ ਸਪੈਲਿੰਗ ਤੱਕ ਨਹੀਂ ਅਸੀਂ ਜਾਣਦੇ ਹੈਗੇ। ਅਜਿਹੀਆਂ ਜੇਲ੍ਹਾਂ ਜਿਹੜੀਆਂ ਕਾਲੇ ਪਾਣੀ ਦੀ ਸਜ਼ਾ ਤੋਂ ਵੀ ਮਾੜੀਆਂ ਨੇ, ਉੱਥੇ ਸਿਮਰਨਜੀਤ ਸਿੰਘ ਮਾਨ ਨੇ ਉਹ ਕੌਮ ਦੀ ਖਾਤਰ ਕੁਰਬਾਨੀ ਕੀਤੀ ਆ। ਤਾਂ ਉਹਨਾਂ ਦੀ ਉਸ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪੰਜਾਬ ਦੇ ਸਿੱਖ ਮਾਣ ਦਿੰਦੇ ਨੇ, ਜਾਂ ਅਹਿਸਾਨ ਫਰਾਮੋਸ਼ ਜਿਹੜੀ ਗੱਲ ਹੋ ਜਾਏਗੀ ਉਹ ਬੜੀ ਵੱਡੀ ਹੁੰਦੀ ਆ। ਅਕਿਰਤ ਕਾਰਨ ਨਹੀਂ ਬਣਨਾ ਚਾਹੀਦਾ ਕਿਸੇ ਕੌਮ ਨੂੰ। ਤਾਂ ਮੈਂ ਸਪਸ਼ਟ ਤੌਰ ਤੇ ਕਹਿਣਾ, ਬੇਸ਼ੱਕ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਬੜੇ ਵੱਡੇ ਦਾਅਵੇ ਪੇਸ਼ ਕਰ ਰਹੀਆਂ ਨੇ, ਸਾਰੇ ਕਹਿ ਰਹੇ ਅਸੀਂ ਇਸ ਤਰ੍ਹਾਂ ਕਰਾਂਗੇ, ਅਸੀਂ ਇੰਨੇ ਹਜ਼ਾਰ ਪੈਸੇ ਦਿਆਂਗੇ, ਅਸੀਂ ਸਾਈਕਲ ਦਿਆਂਗੇ, ਅਸੀਂ ਸਕੂਟਰੀ ਦਿਆਂਗੇ, ਫਲਾ ਬਲਾ ਕਾਫੀ ਕੁਝ ਕਹਿ ਰਹੇ ਆ, ਪਰ ਕੁਰਬਾਨੀ ਨਹੀਂ ਕੋਈ ਕਹਿ ਰਿਹਾ ਅਸੀਂ ਦਿਆਂਗੇ। ਔਰ ਸ਼ਾਇਦ ਕਹਿ ਵੀ ਦੇਣ, ਗੱਪ ਮਾਰ ਦੇਣ, ਪਰ ਇਤਿਹਾਸ ਦੇਖ ਲਿਓ, ਜਿਹੜੀ ਕੁਰਬਾਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਿੱਤੀ, ਇਹਨਾਂ ਦੀ ਇਸ ਪਾਰਟੀ ਨੇ ਦਿੱਤੀ, ਸਿਧਾਂਤਾਂ ਦੀ ਖਾਤਰ, ਪੰਥਕ ਜਿਹੜਾ ਹੈਗਾ ਉਹ ਵਿਚਾਰਧਾਰਾ ਦੀ ਖਾਤਰ, ਕਦੇ ਵੀ ਜਿਹੜਾ ਹੈਗਾ ਉਹ ਆਪਣੇ ਨਿਸ਼ਾਨੇ ਤੋਂ ਥਿੜਕੇ ਨਹੀਂ। ਕੌਮੀ ਘਰ ਦੀ ਗੱਲ ਹੋਵੇ, ਕੌਮੀ ਨੌਜਵਾਨਾਂ ਦੀ ਗੱਲ ਹੋਵੇ, ਬੰਦੀ ਸਿੰਘਾਂ ਦੀ ਗੱਲ ਹੋਵੇ, ਇਹਨਾਂ ਸਾਰੇ ਮਸਲਿਆਂ 'ਤੇ ਸਪਸ਼ਟ ਤੌਰ 'ਤੇ ਅਸੀਂ ਜਿਹੜਾ ਹੈਗਾ ਜਦੋਂ ਵਿਚਰਦੇ ਹਾਂ ਮੀਡੀਆ ਭਾਈਚਾਰੇ ਦੇ ਵਿੱਚ, ਤਾਂ ਦੇਖਦੇ ਹਾਂ ਵੀ ਮਾਨ ਸਾਹਿਬ ਦਾ ਸਟੈਂਡ ਬਹੁਤ ਕਾਇਮ ਆ। ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਹੜਾ ਹਲਕਾ, ਖਾਸ ਕਰਕੇ ਗੁਰੂ ਹਰਸਾਏ ਹਲਕਾ ਜਤਿੰਦਰ ਸਿੰਘ ਥਿੰਦ ਨੂੰ ਕਿੰਨਾ ਕੁ ਮਾਣ ਬਖਸ਼ਦਾ ਹੈ। ਬਹੁਤ ਬਹੁਤ ਧੰਨਵਾਦ ਤੁਸੀਂ KTV ਲਈ ਸਮਾਂ। ਸ਼ੁਕਰੀਆ ਤੁਹਾਡਾ ਜੀ, ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ ਸਾਡੀ ਗੱਲ ਰੱਖਣ ਦਾ, ਬਹੁਤ ਧੰਨਵਾਦ। ਦੇਖਦੇ ਰਹੋ KTV UK। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।